ਪਠਾਨਕੋਟ ਦੇ ਇਲਾਕੇ ਦੇ ਵਿੱਚ ਇੱਕ ਵੱਡਾ ਕਾਰਾ ਕੀਤਾ ਗਿਆ ਹੋਵੇ ਜਿਹਦੇ ਵਿੱਚ ਤੁਹਾਡਾ ਇੱਕ ਕੈਬਨਿਟ ਮੰਤਰੀ ਦਾ ਨਾਂ ਆ ਰਿਹਾ ਹੋਵੇ 100 ਏਕੜ ਜ਼ਮੀਨ ਲਗਭਗ ਇਹਦੇ ਵਿੱਚ ਇੱਕ ਕੰਗ ਸਾਹਿਬ ਬਹੁਤ ਅਜੀਬ ਕਾਰਵਾਈ ਹੁੰਦੀ ਹੈ। ਇੱਕ BDPO ਸਾਹਿਬ ਜਿਹੜੇ ਕੁਲਦੀਪ ਸਿੰਘ ਨੇ ਔਰ ਉਸ ਤੋਂ ਬਾਅਦ ਇਹ ਜਿਹੜੇ ਜਨਾਬ ADC ਬਣਦੇ ਨੇ 24 ਫਰਵਰੀ ਨੂੰ ਇਹ 28 ਨੂੰ ਰਿਟਾਇਰ ਹੋ ਜਾਂਦੇ ਨੇ, ਸੇਵਾ ਮੁਕਤ ਹੋ ਜਾਂਦੇ ਨੇ। ਇਹ ਕਾਲਾ ਮਾਲਾ ਕੀ ਹੈ ਸਾਰਾ? ਕੋਈ ਕੰਮ ਹੁੰਦਾ ਜਿਹੜਾ ਕਿ ਅਨਲਾਫੁਲ ਆਪਾਂ ਕਹਿ ਸਕਦੇ ਹਾਂ, ਲੀਗਲ ਕਹਿ ਸਕਦੇ ਹਾਂ, ਉਹ ਮਾਨ ਸਾਹਿਬ ਦੀ ਸਰਕਾਰ ਉਹਨੂੰ ਬਰਦਾਸ਼ਤ ਬਿਲਕੁਲ ਨਹੀਂ ਕਰੇਗੀ। ਇੱਕ ਡੇਢ ਸਾਲ 'ਚ ਜਿਸ ਤਰੀਕੇ ਨਾਲ ਆਪਣੇ MLA ਮੰਤਰੀਆਂ ਤੇ ਕਾਰਵਾਈ ਕੀਤੀ ਹੈ ਮੌਜੂਦਾ ਸਰਕਾਰ ਨੇ, ਇਹ ਐਗਜ਼ਾਮਪਲ ਸੱਟ ਜਿਉਂ-ਜਿਉਂ ਇਹਦੇ ਤੇ ਤੱਥ ਸਾਹਮਣੇ ਆਉਣਗੇ, ਜੋ ਉਹਦੇ 'ਚ ਸੱਚਾਈ ਹੋਊਗੀ, ਜੋ ਉਹਦੀ ਮੈਰਿਟ ਹੋਊਗੀ, ਉਹਦੇ ਹਿਸਾਬ ਨਾਲ ਅਗਲੀ ਕਾਰਵਾਈ ਹੋਊਗੀ। ਜਦੋਂ FIR ਹੋ ਜਾਏ 8 ਬੰਦਿਆਂ ਦੇ ਉੱਪਰ ਔਰ ਉਹਦੇ ਵਿੱਚ ਇਹ ਅਧਿਕਾਰੀ ਦਾ ਮੈਂ ਜ਼ਿਕਰ ਕਰ ਰਿਹਾ ਉਹਦੇ ਖਿਲਾਫ ਵੀ FIR ਕਰ ਦਿੱਤੀ ਗਈ ਹੋਵੇ, ਜੇ ਹਸਤਾਖਰ ਮੰਤਰੀ ਸਾਹਿਬ ਦੇ ਹੋਏ ਹੋਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ, ਤਾਂ ਫਿਰ ਮੰਤਰੀ ਨੂੰ ਕਿਵੇਂ ਬਖਸ਼ਿਆ ਜਾ ਸਕਦਾ? ਅਜੇ ਮੈਂ ਇਹਨਾਂ ਕਹੂੰਗਾ ਵੀ ਮਾਨ ਸਾਹਿਬ ਦੀ ਸਰਕਾਰ ਕੋਈ ਵੀ ਇਨਡਿਸਕ੍ਰਿਮੀਨੇਸ਼ਨ, ਕਿਸੇ ਤਰ੍ਹਾਂ ਦੀ ਅਨਲਾਫੁਲ ਐਕਟੀਵਿਟੀ, ਕੋਈ ਫੇਵਰਿਜ਼ਮ, ਕੋਈ ਕਰਪਸ਼ਨ ਕੋਈ ਵੀ ਕਰੂਗਾ, ਲਿਹਾਜ਼ ਬਿਲਕੁਲ ਨਹੀਂ ਕੀਤਾ ਜਾਊਗਾ। ਕਿਉਂਕਿ ਉਹਨਾਂ ਭਾਵਨਾਵਾਂ ਨੂੰ ਇਸ ਕਰਕੇ ਜਗਾਇਆ ਗਿਆ ਸੀ, ਇਹ ਕਹਿ ਕੇ ਜਗਾਇਆ ਗਿਆ ਸੀ ਮੁੱਖ ਮੰਤਰੀ ਮੌਜੂਦਾ ਦਿੱਲੀ ਦੇ ਜਿਹੜੇ ਹੈਗੇ ਆ ਅਰਵਿੰਦ ਕੇਜਰੀਵਾਲ ਸਾਹਿਬ ਨੇ, ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ 'ਚ ਆਏ ਸੀ ਕਿ ਅਸੀਂ ਇੱਕ ਨਵੇਕਲੀ ਰਾਜਨੀਤੀ ਤੁਹਾਨੂੰ ਦੇਵਾਂਗੇ, ਅਸੀਂ ਨਵੇਕਲਾ ਪ੍ਰਸ਼ਾਸਨ ਦੇਵਾਂਗੇ। ਔਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਇੱਕ ਲੋਕਪਾਲ ਦੇਵਾਂਗੇ, ਉਹ ਲੋਕਪਾਲ ਦੇ ਅੰਡਰ ਮੁੱਖ ਮੰਤਰੀ ਹੋਏਗਾ ਸਟੇਟ ਦਾ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਤੁਹਾਨੂੰ ਸਾਡਾ ਜਿਹੜਾ ਖਰਚ ਹੈ ਤੇ ਸਾਡੀ ਜਿਹੜੀ ਆਮਦਨ ਹੈ ਪਾਰਟੀ ਦੀ, ਉਹਨੂੰ ਅਸੀਂ ਬਕਾਇਦਾ ਤੌਰ ਤੇ ਜਨਤਕ ਕਰਾਂਗੇ, ਵੈਬਸਾਈਟ ਤੇ ਪਾਇਆ ਕਰਾਂਗੇ। ਪਰ ਜਿਉਂ-ਜਿਉਂ ਤੁਹਾਡੀ ਸਰਕਾਰ ਜਿਹੜੀ ਹੈ ਉਹ ਕਾਇਮ ਹੁੰਦੀ ਗਈ, ਜਿਵੇਂ ਦਿੱਲੀ ਦੇ ਵਿੱਚ ਬਕਾਇਦਾ ਤੌਰ ਤੇ ਸਰਕਾਰ ਨੇ ਜੜ੍ਹਾਂ ਲਾ ਲਈਆਂ, ਪੰਜਾਬ ਦੇ ਵਿੱਚ ਜੜ੍ਹਾਂ ਲਾ ਲਈਆਂ, ਪੰਜਾਬ ਦੇ ਵਿੱਚ ਜੜ੍ਹਾਂ ਕਿ ਪੰਜਾਬ ਦੇ ਵਿੱਚ ਤਾਂ ਪੂਰਾ ਤੁਹਾਡਾ ਜਿਹੜਾ ਹੈਗਾ ਇੱਕ ਅਸੀਂ ਜੇ ਬੋਰਡ ਕਹਿ ਲਈਏ ਰਾਜਨੀਤੀ ਦਾ, ਤਾਂ ਬੋਰਡ ਹੀ ਇੱਕਦਮ ਉੱਗ ਗਿਆ ਤੇ ਉਹ ਛਾ ਗਿਆ। ਤੋ ਇਹ ਸਾਰੀਆਂ ਗੱਲਾਂ ਤੁਹਾਡੀ ਪਾਰਟੀ, ਤੁਹਾਡੇ ਲੀਡਰ ਕਿਉਂ ਭੁੱਲ ਗਏ? ਜਿਸ ਤਰੀਕੇ ਨਾਲ 2015 ਤੋਂ ਬਾਅਦ 2020 'ਚ ਇੱਕ ਵੱਡਾ ਮੈਂਡੇਟ ਦਿੱਲੀ 'ਚ ਦਿੱਤਾ ਲੋਕਾਂ ਨੇ ਔਰ ਉਸ ਤੋਂ ਬਾਅਦ ਪੰਜਾਬ ਦਿੱਤਾ, ਤੇ ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਵੀ ਲੋਕਾਂ ਦਾ ਜਿਹੜਾ ਭਰੋਸਾ ਆ ਉਹ ਆਮ ਆਦਮੀ ਪਾਰਟੀ ਦੇ ਪ੍ਰਤੀ, ਅਰਵਿੰਦ ਕੇਜਰੀਵਾਲ ਜੀ ਦੇ ਪ੍ਰਤੀ, ਮਾਨ ਸਾਹਿਬ ਦੇ ਪ੍ਰਤੀ ਲਗਾਤਾਰ ਵੱਧ ਰਿਹਾ, ਘਟ ਨਹੀਂ ਰਿਹਾ। ਤੋਂ ਅਸੀਂ ਲੜਾਈ ਲੜ ਰਹੇ ਹਾਂ ਜਿਉਂ-ਜਿਉਂ ਆਮ ਸਧਾਰਨ ਨਾਨ ਪੋਲੀਟੀਕਲ ਬੈਕਗਰਾਊਂਡ ਦੇ ਲੋਕ ਪੰਜਾਬ ਦਾ, ਸੂਬੇ ਦਾ, ਮੁਲਕ ਦਾ, ਆਪਣੇ ਸ਼ਹਿਰ ਦਾ ਦਰਦ ਲੈ ਕੇ ਰਾਜਨੀਤੀ 'ਚ ਆਉਣਗੇ ਔਰ ਸੁਭਾਵਿਕ ਤੌਰ ਤੇ ਹੈ ਮੌਕੇ ਦੇ ਹਿਸਾਬ ਨਾਲ ਚੀਜ਼ਾਂ ਨੂੰ ਦਰੁਸਤ ਵੀ ਕਰਨਗੇ। ਇਹ ਜਿਹੜੀ ਤੁਸੀਂ ਲੜਾਈ ਲੜ ਰਹੇ ਹੋ ਜੀ, ਇੱਕ ਸਿਸਟਮ ਦੇ ਨਾਲ, ਇੱਕ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਇੱਕ ਸੈੱਟ ਰਾਜਨੀਤੀ ਹੈਗੀ ਹੈ ਉਹਦੇ ਨਾਲ ਤੁਹਾਡੀ ਲੜਾਈ ਹੈ। ਤੋ ਇਸ ਲੜਾਈ ਦੇ ਵਿੱਚ ਲੋਕਾਂ ਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ, ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਕੁਰਬਾਨੀਆਂ ਤੇ ਦੇਣੀਆਂ ਹੀ ਪੈਣੀਆਂ ਔਰ ਇਹ ਅਸੀਂ ਤੈਅ ਕਰਕੇ ਆਏ। ਔਰ ਮੈਨੂੰ ਲੱਗਦਾ ਮੁਸ਼ਕਲਾਂ ਵੀ ਬਹੁਤ ਆਉਣ ਵਾਲੀਆਂ, ਲੇਕਿਨ ਇਹਦੇ ਨਾਲ ਨਾਲ ਦੇਸ਼ ਦੇ ਬਹੁਤ ਮਸਲੇ ਹੱਲ ਵੀ ਆਉਣਗੇ, ਮੁਲਕ ਅੱਗੇ ਵੀ ਵਧੂਗਾ। ਆਮਦਨ ਦੇ ਸਰੋਤ ਸਰਕਾਰ ਦੇ ਕੋਲੇ ਕਿਹੜੇ-ਕਿਹੜੇ ਹੈਗੇ ਆ, ਇਸ ਤਰ੍ਹਾਂ ਹਾਲੇ ਤੱਕ ਕੋਈ ਪਾਰਦਰਸ਼ਤਾ ਉਹਨਾਂ ਦੇ ਵਿੱਚ ਨਜ਼ਰ ਨਹੀਂ ਆਈ। ਇਹ ਸਾਰਾ ਜਿਹੜਾ ਮਾਮਲਾ ਹੈ, ਅਰਥਚਾਰੇ ਦਾ ਜਿਹੜਾ ਮਾਮਲਾ ਹੈ, ਪੰਜਾਬ ਦਾ ਅਰਥਚਾਰਾ ਇਸ ਵੇਲੇ ਕਿੱਥੇ ਖੜਾ ਹੈ, ਪੰਜਾਬ ਦਾ ਅਰਥਚਾਰਾ ਜਾਣਾ ਕਿੱਥੇ ਚਾਹੀਦਾ ਸੀ, ਮੈਂ ਇਹਦੀ ਗੱਲ ਕਰ ਰਿਹਾ ਸੀ। ਇਹਦੇ ਵਿੱਚ ਤੁਹਾਨੂੰ ਲੁਕਵੇਂ ਟੈਕਸ ਜਿਹੜੇ ਜਨਤਾ ਦੇ ਉੱਤੇ ਲਾਉਣੇ ਪੈ ਰਹੇ ਆ ਜਾਂ ਤੁਸੀਂ ਲਾਓਗੇ, ਉਹ ਸਾਰੇ ਮੌਜੂਦਾ ਰਿਸੋਰਸਸ ਨੂੰ ਜਿਹੜਾ ਟਰਾਂਸਪੇਰੈਂਟ ਕਰਕੇ, ਚੋਰ ਮੋਰੀਆਂ ਉਹਨਾਂ ਦੀਆਂ ਬੰਦ ਕਰਕੇ, ਉਹਨਾਂ ਤੇ ਹੋ ਰਿਹਾ ਚੋਰੀ ਖਤਮ ਕਰਕੇ, ਕਰਪਸ਼ਨ ਖਤਮ ਕਰਕੇ, ਸੂਬੇ ਦੀ ਖਜ਼ਾਨੇ 'ਚੋਂ ਇੱਕ ਪੈਸਾ ਆਵੇ, ਇਹ ਇਨਸ਼ੋਰ ਕਰਨ ਦੀ ਕੋਸ਼ਿਸ਼ ਕਰਦੇ। ਉਹ ਕਾਰਪੋਰੇਟ ਸੈਕਟਰ ਜਿਹੜੇ ਅਰਬਾਂ ਖਰਬਾਂ ਦੇ ਮਾਲਕ ਹੈ, ਤੇ ਫਿਰ ਇੱਕ ਆਮ ਸਧਾਰਨ ਪਰਿਵਾਰ ਜਿਹੜੇ 2 ਟਾਈਮ ਦੀ ਰੋਟੀ, ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਪੜ੍ਹਾਉਣ ਦਾ ਫਿਕਰ ਹੈ, ਮਕਾਨ ਬਣਾਉਣ ਦਾ ਫਿਕਰ ਹੈ, ਉਹਨਾਂ ਨੂੰ ਕਿਉਂ ਨਾ ਕੁਝ ਰਿਲੈਕਸ ਦਿੱਤਾ ਜਾਵੇ, ਰਿਲੀਫ ਦਿੱਤਾ ਜਾਵੇ, ਚਾਹੇ ਉਹਨਾਂ ਦੀ ਬਿਜਲੀ ਹੀ ਫ੍ਰੀ ਕੀਤੀ ਜਾਵੇ, ਕੋਈ 2-4 ਹਜ਼ਾਰ ਰੁਪਈਆ ਉਹਦਾ ਬਚੇ ਤੇ ਉਹ ਆਪਣੇ ਪਰਿਵਾਰ ਦੀ ਕੋਈ ਹੋਰ ਪਲੈਨਿੰਗ ਬਿਹਤਰੀ ਲਈ ਕਰ ਸਕੇ। ਜੇ ਮੈਂਬਰ ਪਾਰਲੀਮੈਂਟ ਦੀ ਬਿਜਲੀ ਫ੍ਰੀ ਹੋ ਸਕਦੀ ਆ, ਜੇ ਮੈਂਬਰ ਪਾਰਲੀਮੈਂਟ ਨੂੰ ਪਾਣੀ ਫ੍ਰੀ ਮਿਲ ਸਕਦਾ ਹੈ, ਐਜੂਕੇਸ਼ਨ ਫ੍ਰੀ ਮਿਲ ਸਕਦੀ, ਉਹਦੇ ਬੱਚਿਆਂ ਨੂੰ ਪ੍ਰਿਵਿਲੇਜ ਮਿਲ ਸਕਦਾ ਹੈ, ਰੇਲਵੇ, ਏਅਰ, ਫੇਅਰ ਟਰਾਂਸਪੋਰਟ, ਤੇ ਆਮ ਬੰਦੇ ਨੂੰ ਕਿਉਂ ਨਹੀਂ ਅਧਿਕਾਰ ਮਿਲਣਾ ਚਾਹੀਦਾ? ਇਹ ਤਮਾਮ ਉਹ ਉਪਰਾਲੇ ਆ ਜਿਹੜਾ ਇੱਕ ਟ੍ਰੈਡੀਸ਼ਨਲ ਪੋਲਿਟਿਕਸ ਤੋਂ ਹਟ ਕੇ ਅਰਵਿੰਦ ਕੇਜਰੀਵਾਲ ਜੀ ਨੇ ਸ਼ੁਰੂ ਕੀਤੇ ਆ, ਜਾਂ ਪੰਜਾਬ 'ਚ ਮਾਨ ਸਾਹਿਬ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ ਵਧਾਇਆ।
ਸੋ ਪਹਿਲਾਂ ਤੇ ਮੌਜੂਦਾ ਸਿਸਟਮ ਨੂੰ ਦਰੁਸਤ ਕਰੀਏ, ਫਿਰ ਐਡੀਸ਼ਨਲ ਰਿਸੋਰਸ ਕਿੱਥੋਂ ਜੁਟਾਉਣੇ ਆ ਜਾਂ ਕਿੱਥੋਂ ਪੈਦਾ ਕਰਨੇ ਆ, ਉਹਦੇ ਬਾਰੇ ਸੁਭਾਵਿਕ ਤੌਰ ਤੇ ਸਰਕਾਰ ਚੱਲ ਹੀ ਰਹੀ ਹੈ। ਸਵਾਗਤ ਹੈ ਤੁਹਾਡਾ ਸਾਂਝਾ ਟੀਵੀ 'ਚ। ਮੈਂ ਹਾਂ ਮਦਨਦੀਪ ਔਰ ਤੁਸੀਂ ਦੇਖ ਰਹੇ ਹੋ ਮੇਰਾ ਵੀਕਲੀ ਪ੍ਰੋਗਰਾਮ ਸਟ੍ਰੇਟ ਟਾਕ, ਜਿਹਦੇ ਵਿੱਚ ਮੈਂ ਖਾਸ ਸ਼ਖਸੀਅਤ ਨੂੰ ਬੁਲਾ ਕੇ ਖਾਸ ਮੁੱਦੇ ਤੇ ਗੱਲਬਾਤ ਕਰਦਾ ਹੁੰਦਾ ਹਾਂ। ਔਰ ਅੱਜ ਮੇਰੇ ਨਾਲ ਨੇ ਮਾਲਵਿੰਦਰ ਸਿੰਘ ਕੰਗ। ਮਾਲਵਿੰਦਰ ਸਿੰਘ ਕੰਗ ਆਫੀਸ਼ੀਅਲ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ, ਯਾਨੀ ਕਿ ਸਰਕਾਰ ਦੇ ਬੁਲਾਰੇ ਨੇ। ਔਰ ਜਦੋਂ ਸਰਕਾਰ ਦੇ ਬੁਲਾਰੇ ਆਏ ਹੋਣ ਤਾਂ ਸਰਕਾਰ ਦੇ ਬੁਲਾਰੇ ਕੋਲੋਂ ਸਰਕਾਰ ਦੀਆਂ ਕੋਤਾਹੀਆਂ ਤੇ ਪ੍ਰਾਪਤੀਆਂ ਬਾਰੇ ਹੀ ਪੁੱਛਿਆ ਜਾ ਸਕਦਾ ਹੈ। ਸੋ ਮਾਲਵਿੰਦਰ ਸਿੰਘ ਕੰਗ ਹੋਣਾ ਦਾ ਪਹਿਲਾਂ ਆਓ ਸਵਾਗਤ ਕਰੀਏ। ਸਵਾਗਤ ਹੈ ਜੀ ਕੰਗ ਸਾਹਿਬ। ਸ਼ੁਕਰੀਆ ਮਦਨ ਜੀ, ਸ਼ੁਕਰੀਆ। ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਔਰ ਸਭ ਤੋਂ ਪਹਿਲਾ ਸਵਾਲ ਹੀ ਤੁਹਾਡੇ ਨਾਲ, ਕਿਉਂਕਿ ਮੈਂ ਤੁਹਾਡੇ ਨਾਲ ਰਸਮੀ ਗੱਲ ਇਸ ਕਰਕੇ ਨਹੀਂ ਕਰਨੀ ਕਿ ਆਪਾਂ ਪਹਿਲਾਂ ਵੀ ਮੁਲਾਕਾਤਾਂ ਕਰ ਚੁੱਕੇ ਹਾਂ ਅਤੇ ਹੁਣ ਕੋਈ ਰਸਮੀ ਗੱਲ ਬਚੀ ਨਹੀਂ। ਹੁਣ ਤਾਂ ਸਿੱਧਾ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਜੇ ਪਠਾਨਕੋਟ ਦੇ ਇਲਾਕੇ ਦੇ ਵਿੱਚ ਇੱਕ ਵੱਡਾ ਕਾਰਾ ਕੀਤਾ ਗਿਆ ਹੋਵੇ, ਜਿਹਦੇ ਵਿੱਚ ਤੁਹਾਡਾ ਇੱਕ ਕੈਬਨਿਟ ਮੰਤਰੀ ਦਾ ਨਾਂ ਆ ਰਿਹਾ ਹੋਵੇ, 100 ਏਕੜ ਜ਼ਮੀਨ, ਲਗਭਗ 92 ਏਕੜ ਆ ਜਾਂ 92 ਏਕੜ ਤੋਂ ਵੱਧ ਜ਼ਮੀਨ ਆ, ਜਿਹੜੀ ਪੰਚਾਇਤ ਦੀ ਜ਼ਮੀਨ ਆ ਔਰ ਪ੍ਰਾਈਵੇਟ ਲੋਕਾਂ ਦੇ ਨਾਂ ਕਰਤੀ ਗਈ। ਇਹਦੇ ਵਿੱਚ ਇੱਕ ਕੰਗ ਸਾਹਿਬ ਬਹੁਤ ਅਜੀਬ ਕਾਰਵਾਈ ਹੁੰਦੀ ਹੈ। ਸ਼ਾਇਦ ਕਿਸੇ ਸਰਕਾਰ ਦੇ ਵਿੱਚ ਇੰਨੀ ਤੇਜ਼ੀ ਨਾਲ ਕੋਈ ਕਾਰਵਾਈ ਕੀਤੀ ਨਾ ਗਈ ਹੋਵੇ। ਇੱਕ BDPO ਸਾਹਿਬ ਜਿਹੜੇ ਕੁਲਦੀਪ ਸਿੰਘ ਨੇ, 20 ਫਰਵਰੀ ਤੱਕ BDPO ਨੇ, 21 ਫਰਵਰੀ ਨੂੰ ਸਿਫਾਰਿਸ਼ ਹੋ ਜਾਂਦੀ ਹੈ, ਉਹ DDPO ਬਣ ਜਾਂਦੇ ਹੈ, 24 ਨੂੰ ADC ਬਣਾ ਦਿੱਤਾ ਜਾਂਦਾ ਹੈ, 27 ਨੂੰ ਉਹ ਜ਼ਮੀਨ ਜਿਹੜੀ ਹੈਗੀ ਹੈ ਉਹ ਆਪਣੇ ਚਹੇਤਿਆਂ ਦੇ ਨਾਂ ਕਰਵਾਉਂਦੇ ਆ, ਔਰ ਉਸ ਤੋਂ ਬਾਅਦ ਇਹ ਜਿਹੜੇ ਜਨਾਬ ADC ਬਣਦੇ ਨੇ 24 ਫਰਵਰੀ ਨੂੰ, ਇਹ 28 ਨੂੰ ਰਿਟਾਇਰ ਹੋ ਜਾਂਦੇ ਨੇ, ਸੇਵਾ ਮੁਕਤ ਹੋ ਜਾਂਦੇ ਨੇ। ਇਹ ਕਾਲਾ ਮਾਲਾ ਕੀ ਹੈ ਸਾਰਾ? ਦੇਖੋ ਮਦਨ ਜੀ, ਗੱਲ ਇਹ ਹੈ, ਪਹਿਲੀ ਗੱਲ ਤੇ ਪਿਛਲੇ 1.5 ਸਾਲ ਚ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਉਹਨੇ ਇੱਕ ਗੱਲ ਤੇ ਬੜੀ ਮਤਲਬ ਸਪਸ਼ਟ ਕਰਤੀ ਮਾਨ ਸਾਹਿਬ ਨੇ ਜੀ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਕੋਈ ਕੰਮ ਹੁੰਦਾ ਜਿਹੜਾ ਕਿ ਅਨਲਾਫੁਲ ਆਪਾਂ ਕਹਿ ਸਕਦੇ ਹਾਂ, ਲੀਗਲ ਕਹਿ ਸਕਦੇ ਹਾਂ, ਉਹ ਮਾਨ ਸਾਹਿਬ ਦੀ ਸਰਕਾਰ ਉਹਨੂੰ ਬਰਦਾਸ਼ਤ ਬਿਲਕੁਲ ਨਹੀਂ ਕਰੂਗੀ। ਔਰ ਇਹਨਾਂ ਨੇ ਪਿਛਲੇ 1.5 ਸਾਲ 'ਚ ਜਿਸ ਤਰੀਕੇ ਨਾਲ ਆਪਣੇ MLA ਮੰਤਰੀਆਂ ਤੇ ਕਾਰਵਾਈ ਕੀਤੀ ਹੈ ਮੌਜੂਦਾ ਸਰਕਾਰ ਨੇ, ਇਹ ਐਗਜ਼ਾਮਪਲ ਸੈੱਟ ਕੀਤਾ। ਸੋ ਇੱਕ ਤੇ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਜਾਂ ਕਿਸੇ ਵੀ ਤਰ੍ਹਾਂ ਦਾ ਫੇਵਰਿਜ਼ਮ, ਉਹ ਮਾਨ ਸਾਹਿਬ ਦੀ ਸਰਕਾਰ ਦੀ ਬੜੀ ਕਮਿਟਮੈਂਟ ਹੈ ਔਰ ਤੇ ਅੱਜ ਵੀ ਖੜੀ ਹੈ। ਦੂਜਾ ਜਿਹੜਾ ਮਾਮਲੇ ਦਾ ਜ਼ਿਕਰ ਤੁਸੀਂ ਕੀਤਾ, ਇਹ ਮੈਨੂੰ ਲੱਗਦਾ ਹਜੇ ਮੈਂ ਇਹਦੇ ਤੇ ਸਿਰਫ ਇੰਨਾ ਹੀ ਕਹੂੰਗਾ, ਇਹ ਸਾਰੇ ਇਸ਼ੂ ਤੇ ਇਸ਼ੂ ਜਿਹੜਾ ਹੈ ਅੰਡਰ ਇਨਵੈਸਟੀਗੇਸ਼ਨ ਹੈ। ਜਿਉਂ-ਜਿਉਂ ਇਹਦੇ ਤੇ ਤੱਥ ਸਾਹਮਣੇ ਆਉਣਗੇ, ਜੋ ਉਹਦੇ 'ਚ ਸੱਚਾਈ ਹੋਊਗੀ, ਜੋ ਉਹਦੀ ਮੈਰਿਟ ਹੋਊਗੀ, ਉਹਦੇ ਹਿਸਾਬ ਨਾਲ ਅਗਲੀ ਕਾਰਵਾਈ ਹੋਊਗੀ। ਪਰ ਮੈਨੂੰ ਲੱਗਦਾ ਜਿੰਨਾ ਚਿਰ ਮਸਲਾ ਅੰਡਰ ਇਨਵੈਸਟੀਗੇਸ਼ਨ ਹੈ, ਅਸੀਂ ਕਿਸੇ ਨੂੰ ਦੋਸ਼ੀ ਨਹੀਂ ਘੱਟੋ ਘੱਟ ਠਹਿਰਾ ਸਕਦੇ। ਲੇਕਿਨ ਇਹ ਵੀ ਹੈ ਕਿ ਕਿਸੇ ਨੂੰ ਇਸ ਚੀਜ਼ ਤੋਂ ਫਾਰਿਗ ਵੀ ਨਹੀਂ ਹਜੇ ਮਾਨ ਸਾਹਿਬ ਨੇ ਕੀਤਾ। ਜਦੋਂ FIR ਹੋ ਜਾਏ, ਸਾਰਾ ਮੈਟਰ ਅੰਡਰ ਇਨਵੈਸਟੀਗੇਸ਼ਨ, ਜਦੋਂ FIR ਹੋ ਜਾਏ 8 ਬੰਦਿਆਂ ਦੇ ਉੱਪਰ, ਔਰ ਉਹਦੇ ਵਿੱਚ ਇਹ ਅਧਿਕਾਰੀ ਦਾ ਮੈਂ ਜ਼ਿਕਰ ਕਰ ਰਿਹਾ ਉਹਦੇ ਖਿਲਾਫ ਵੀ FIR ਕਰ ਦਿੱਤੀ ਗਈ ਹੋਵੇ, ਤਾਂ ਫਿਰ ਇਹਦੇ ਵਿੱਚ ਜੇ ਹਸਤਾਖਰ ਮੰਤਰੀ ਸਾਹਿਬ ਦੇ ਹੋਏ ਹੋਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ, ਜਿਹੜੀ ਬਦਲੀ ਜਿਹੜੀ ਇਹਦੇ 'ਚ ਪ੍ਰਮੋਸ਼ਨ ਵਾਰ-ਵਾਰ ਜਿਹੜੀ ਘੰਟਿਆਂ ਦੇ ਵਿੱਚ ਵੀ ਦਿੱਤੀ ਗਈ, ਕੁਝ ਘੰਟਿਆਂ ਦੇ ਅੰਦਰ, ਤਾਂ ਜੇ ਉਹਦੇ ਵਿੱਚ ਹਸਤਾਖਰ ਹੋਏ ਹੋਣ ਮੰਤਰੀ ਦੇ, ਤਾਂ ਫਿਰ ਮੰਤਰੀ ਨੂੰ ਕਿਵੇਂ ਬਖਸ਼ਿਆ ਜਾ ਸਕਦਾ ਹੈ? ਮੈਂ ਉਹੀ ਕਿਹਾ ਨਾ, ਪਹਿਲੀ ਗੱਲ ਤੇ ਇੱਕ ਤੇ ਇਹ ਗੱਲ ਸਪਸ਼ਟ ਹੋ ਗਈ ਵੀ ਜਿਹੜੇ ਪ੍ਰਾਈਮਾ ਫੇਸੀ ਜੋ ਚੀਜ਼ਾਂ ਸਾਹਮਣੇ ਆਈਆਂ, ਜੋ ਮੌਕੇ ਦੇ ਆਫੀਸਰ ਸੀ, ਉਹਨਾਂ ਨੂੰ ਕਿਸੇ ਨੂੰ ਬਚਾਉਣ ਦੀ ਗੱਲ ਨਹੀਂ ਹੋਈ, ਕੋਈ ਲਿਹਾਜ਼ਦਾਰੀ ਨਹੀਂ ਕੀਤੀ, ਇਮੀਡੀਏਟਲੀ FIR ਹੋ ਗਈ। ਇਹਦਾ ਮਤਲਬ ਸਰਕਾਰ ਨੇ ਆਪਣੀ ਨੀਅਤ ਸਪਸ਼ਟ ਕਰਤੀ। ਦੂਜਾ ਜਿਹੜਾ ਮੈਟਰ ਹੈ ਵੀ ਉਹਦਾ ਜਿਹੜਾ ਤਾਰ ਲਿੰਕ ਜੁੜਦਾ ਹੈ ਮਿਨਿਸਟਰ ਸਾਹਿਬ ਨਾਲ ਕਿ ਜਾਂ ਨਹੀਂ ਜੁੜਦਾ, ਜਾਂ ਬਾਕੀ ਕਿਸੇ ਲੀਡਰ ਨਾਲ, ਪੋਲੀਟੀਕਲ ਬੰਦੇ ਨਾਲ, ਜਾਂ ਕਿਸੇ ਵੀ ਸਰਕਾਰੀ ਤੰਤਰ 'ਚ। ਸੋ ਮੈਨੂੰ ਲੱਗਦਾ ਉਹਦੇ ਤੇ ਵੀ ਇੱਕ ਜਦੋਂ ਥੋਰਲੀ ਇਨਵੈਸਟੀਗੇਸ਼ਨ ਆ ਜਾਊਗੀ, ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਹਜੇ ਮੈਂ ਇਹਨਾਂ ਕਹੂੰਗਾ ਵੀ ਮਾਨ ਸਾਹਿਬ ਦੀ ਸਰਕਾਰ ਕੋਈ ਵੀ ਇਨਡਿਸਕ੍ਰਿਮੀਨੇਸ਼ਨ, ਕਿਸੇ ਤਰ੍ਹਾਂ ਦੀ ਅਨਲਾਫੁਲ ਐਕਟੀਵਿਟੀ, ਕੋਈ ਫੇਵਰਿਜ਼ਮ, ਕੋਈ ਕਰਪਸ਼ਨ ਕੋਈ ਵੀ ਕਰੂਗਾ, ਲਿਹਾਜ਼ ਬਿਲਕੁਲ ਨਹੀਂ ਕੀਤਾ ਜਾਊਗਾ। ਤੁਹਾਡੇ ਜਦੋਂ ਇਹ ਪਾਰਟੀ ਸੀ
ਪੰਜਾਬ ਦੇ ਅੰਦਰ ਹਾਲੇ ਪਾਰਟੀ ਸੀ, ਸਰਕਾਰ ਨਹੀਂ ਸੀ ਬਣੀ। ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੀ ਪਾਰਟੀ ਸੀ, ਸਰਕਾਰ ਨਹੀਂ ਬਣੀ। ਪਾਰਟੀ ਵੀ ਨਹੀਂ ਸੀ, ਇੱਕ ਆਰਗੇਨਾਈਜੇਸ਼ਨ ਸੀ, ਜਿਹੜੇ ਲੋਕਾਂ ਦਾ ਇੱਕ ਇਕੱਠ ਸੀ, ਭਾਵਨਾਵਾਂ ਦਾ ਇਕੱਠ ਆਪਾਂ ਕਹਿ ਲਈਏ। ਭਾਵਨਾਵਾਂ ਇਹ ਕਹਿੰਦੀਆਂ ਸੀ ਕਿ ਕੇਜਰੀਵਾਲ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਹੋਣ। ਭਾਵਨਾਵਾਂ ਇਹ ਕਹਿੰਦੀਆਂ ਸੀ ਕਿ ਕੇਜਰੀਵਾਲ ਸਾਹਿਬ ਜੋ ਕਹਿ ਰਿਹਾ ਠੀਕ ਕਹਿ ਰਿਹਾ ਸੀ। ਕੇਜਰੀਵਾਲ ਸਾਹਿਬ ਨੂੰ ਆਪਣਾ ਆਗੂ ਮੰਨਦੇ, ਸਿਆਸੀ ਆਗੂ। ਔਰ ਉਹ ਭਾਵਨਾਵਾਂ ਬੜੀਆਂ ਪਵਿੱਤਰ ਸੀ ਉਹ, ਕਿਉਂਕਿ ਉਹਨਾਂ ਭਾਵਨਾਵਾਂ ਨੂੰ ਇਸ ਕਰਕੇ ਜਗਾਇਆ ਗਿਆ ਸੀ, ਇਹ ਕਹਿ ਕੇ ਜਗਾਇਆ ਗਿਆ ਸੀ ਮੁੱਖ ਮੰਤਰੀ ਮੌਜੂਦਾ ਦਿੱਲੀ ਦੇ ਜਿਹੜੇ ਹੈਗੇ ਆ ਅਰਵਿੰਦ ਕੇਜਰੀਵਾਲ ਸਾਹਿਬ ਨੇ, ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ 'ਚ ਆਏ ਸੀ, ਕਿ ਅਸੀਂ ਇੱਕ ਨਵੇਕਲੀ ਰਾਜਨੀਤੀ ਤੁਹਾਨੂੰ ਦੇਵਾਂਗੇ, ਅਸੀਂ ਨਵੇਕਲਾ ਪ੍ਰਸ਼ਾਸਨ ਦੇਵਾਂਗੇ। ਔਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਇੱਕ ਲੋਕਪਾਲ ਦੇਵਾਂਗੇ, ਉਹ ਲੋਕਪਾਲ ਦੇ ਅੰਡਰ ਮੁੱਖ ਮੰਤਰੀ ਹੋਏਗਾ ਸਟੇਟ ਦਾ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਤੁਹਾਨੂੰ ਸਾਡਾ ਜਿਹੜਾ ਖਰਚ ਹੈ ਤੇ ਸਾਡੀ ਜਿਹੜੀ ਆਮਦਨ ਹੈ ਪਾਰਟੀ ਦੀ, ਉਹਨੂੰ ਅਸੀਂ ਬਕਾਇਦਾ ਤੌਰ ਤੇ ਜਨਤਕ ਕਰਾਂਗੇ, ਵੈਬਸਾਈਟ ਤੇ ਪਾਇਆ ਕਰਾਂਗੇ। ਇਹ ਸਾਰਾ ਮਾਮਲਾ ਉਦੋਂ ਇਹ ਗੱਲ ਕਹੀ ਗਈ ਸੀ, ਪਰ ਜਿਉਂ-ਜਿਉਂ ਤੁਹਾਡੀ ਸਰਕਾਰ ਜਿਹੜੀ ਹੈ ਉਹ ਕਾਇਮ ਹੁੰਦੀ ਗਈ, ਜਿਵੇਂ ਦਿੱਲੀ ਦੇ ਵਿੱਚ ਬਕਾਇਦਾ ਤੌਰ ਤੇ ਸਰਕਾਰ ਨੇ ਜੜ੍ਹਾਂ ਲਾ ਲਈਆਂ, ਪੰਜਾਬ ਦੇ ਵਿੱਚ ਜੜ੍ਹਾਂ ਲਾ ਲਈਆਂ। ਪੰਜਾਬ ਦੇ ਵਿੱਚ ਜੜ੍ਹਾਂ ਕੀ, ਪੰਜਾਬ ਦੇ ਵਿੱਚ ਤਾਂ ਪੂਰਾ ਤੁਹਾਡਾ ਜਿਹੜਾ ਹੈਗਾ ਇੱਕ ਅਸੀਂ ਜੇ ਬੋਰਡ ਕਹਿ ਲਈਏ ਰਾਜਨੀਤੀ ਦਾ, ਤਾਂ ਬੋਰਡ ਹੀ ਇੱਕਦਮ ਉੱਗ ਆਇਆ ਤੇ ਉਹ ਛਾ ਗਿਆ। ਤੋ ਇਹ ਸਾਰੀਆਂ ਗੱਲਾਂ ਤੁਹਾਡੀ ਪਾਰਟੀ, ਤੁਹਾਡੇ ਲੀਡਰ ਕਿਉਂ ਭੁੱਲ ਗਏ? ਦੇਖੋ, ਇੱਕ ਗੱਲ ਤੇ ਬੜੀ ਸਪਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੇ ਇਸ ਦੇਸ਼ ਨੂੰ ਇੱਕ ਨਵੀਂ ਰਾਜਨੀਤੀ ਤੇ ਦਿੱਤੀ ਆ। ਉਹ ਇਸ ਤਰ੍ਹਾਂ ਦਿੱਤੀ ਆ, ਇੱਕ ਤੇ ਭਾਈ ਭਤੀਜਾਵਾਦ ਖਤਮ ਕੀਤਾ, ਪਰਿਵਾਰਵਾਦ ਖਤਮ ਕੀਤਾ। ਪੀੜ੍ਹੀ ਦਰ ਪੀੜ੍ਹੀ ਜਿਹੜੇ ਲੋਕਾਂ ਦਾ ਇੱਕ ਕਬਜ਼ਾ ਸੀ, ਮੋਨੋਪੋਲੀ ਸੀ, ਨੈਕਸਸ ਸੀ, ਉਸ ਚੀਜ਼ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਹੈ। ਲੋਕ ਮੁੱਦੇ ਸੈਂਟਰ ਸਟੇਜ ਤੇ ਰਹਿਣ, ਲੋਕਾਂ ਦੇ ਬੁਨਿਆਦੀ ਹੱਕ, ਐਜੂਕੇਸ਼ਨ, ਸਿਹਤ, ਰੋਜ਼ਗਾਰ, ਵੈਲਫੇਅਰ, ਉਹਨੂੰ ਇੱਕ ਸੈਂਟਰ ਸਟੇਜ ਦਾ ਏਜੰਡਾ ਬਣਾਇਆ। ਨਹੀਂ ਤਾਂ ਦੇਸ਼ ਦੀ ਰਾਜਨੀਤੀ ਕਿਤੇ ਨਾ ਕਿਤੇ ਧਰਮ, ਜਾਤਾਂ, ਵਰਗਾਂ 'ਚ ਵੰਡਣ ਵੰਡਾਉਣ 'ਚ ਹੀ ਕਿਤੇ ਨਾ ਕਿਤੇ ਸੀਮਿਤ ਰਹੀ ਹੈ ਇਹ ਪੂਰੀ ਪਿਛਲੇ 70-75 ਸਾਲ। ਇੱਕ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਏਜੰਡਾ ਸੈੱਟ ਕੀਤਾ, ਦੂਜਾ ਇੱਕ ਨਵੀਂ ਇਕਲੀ ਰਾਜਨੀਤੀ ਦਿੱਤੀ ਆ, ਜਿਹਦੇ 'ਚ ਆਮ ਸਧਾਰਨ ਪਰਿਵਾਰਾਂ ਦੇ ਲੋਕ ਜਿਹੜੇ ਮਤਲਬ ਜਿਹੜਾ ਕਦੀ ਪਿੰਡ 'ਚ ਮੈਂਬਰ ਪੰਚਾਇਤ ਬਣਨ ਬਾਰੇ ਵੀ ਨਹੀਂ ਸੋਚ ਸਕਦਾ ਸੀ, ਉਹਨੂੰ ਅਸੈਂਬਲੀ ਤੱਕ ਪਹੁੰਚਾਇਆ, ਲੋਕ ਸਭਾ ਤੱਕ ਪਹੁੰਚਾਇਆ, ਰਾਜ ਸਭਾ 'ਚ ਵੀ ਪਹੁੰਚਾਇਆ। ਸੋ ਇਹ ਡਿਫਰੈਂਟ ਪੋਲਿਟਿਕਸ ਤੇ ਹੈਗੀ ਆ। ਔਰ ਜਿਸ ਤਰੀਕੇ ਨਾਲ 2015 ਤੋਂ ਬਾਅਦ 2020 'ਚ ਇੱਕ ਵੱਡਾ ਮੈਂਡੇਟ ਦਿੱਲੀ 'ਚ ਦਿੱਤਾ ਲੋਕਾਂ ਨੇ, ਔਰ ਉਸ ਤੋਂ ਬਾਅਦ ਪੰਜਾਬ ਦਿੱਤਾ, ਤੇ ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਵੀ ਲੋਕਾਂ ਦਾ ਜਿਹੜਾ ਭਰੋਸਾ ਆ ਉਹ ਆਮ ਆਦਮੀ ਪਾਰਟੀ ਦੇ ਪ੍ਰਤੀ, ਅਰਵਿੰਦ ਕੇਜਰੀਵਾਲ ਜੀ ਦੇ ਪ੍ਰਤੀ, ਮਾਨ ਸਾਹਿਬ ਦੇ ਪ੍ਰਤੀ ਲਗਾਤਾਰ ਵੱਧ ਰਿਹਾ ਹੈ, ਘਟ ਨਹੀਂ ਰਿਹਾ। ਤੀਸਰਾ ਜਿਹੜਾ ਤੁਹਾਡਾ ਬੁਨਿਆਦੀ ਸਵਾਲ ਸੀ ਵੀ ਕਈ ਇਹੋ ਜਿਹੇ ਇਸ਼ੂਜ਼ ਜਿਹੜੇ ਕਿ ਆਮ ਆਦਮੀ ਪਾਰਟੀ ਬਣਨ ਤੋਂ ਪਹਿਲਾਂ ਚਰਚਾ ਦਾ ਵਿਸ਼ੇ ਸੀ, ਏਜੰਡਾ ਸੀ, ਔਰ ਉਹ ਕਿਤੇ ਨਾ ਕਿਤੇ ਐਂ ਲੱਗਦਾ ਹੈ ਵੀ ਥੋੜਾ ਜਿਹਾ ਪਿੱਛੇ ਹੋ ਗਏ। ਨੋ ਡਾਊਟ ਮੈਂ ਉਹਦੇ ਤੇ ਕੁਛ ਹੱਦ ਤੱਕ ਐਗਰੀ ਕਰਦਾ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਨੀਅਤ 'ਚ ਖੋਟ ਹੈ। ਇਹ ਪੋਲੀਟੀਕਲ ਜਿਹੜਾ ਸਾਡਾ ਸਿਸਟਮ ਹੈ ਮਤਲਬ ਜੀ ਪੂਰੇ ਆਪਣੇ ਮੁਲਕ ਦਾ, ਇਹ ਇੰਨੀਆਂ ਕੰਪਲਿਕੇਸ਼ਨਸ ਇਹਦੇ ਵਿੱਚ ਆ ਗਈਆਂ, ਇਸ ਤਰੀਕੇ ਨਾਲ ਮਤਲਬ ਮੋਰਾਲਿਟੀ ਖਤਮ ਹੋਈ ਆ ਰਾਜਨੀਤੀ 'ਚ, ਇਸ ਤਰੀਕੇ ਨਾਲ ਇੱਕ ਕੁਛ ਲੋਕਾਂ ਦਾ ਦਬਦਬਾ ਰਿਹਾ ਹੈ, ਮੋਨੋਪੋਲੀ ਰਹੀ ਆ, ਨੈਕਸਸ ਰਿਹਾ ਆ, ਕਬਜ਼ਾ ਰਿਹਾ ਆ। ਹਰੇਕ ਚੀਜ਼ ਇਮੀਡੀਏਟਲੀ ਲਾਗੂ ਕਰਨੀ ਆਸਾਨ ਨਹੀਂ ਗੀ। ਸੋ ਅਸੀਂ ਲੜਾਈ ਲੜ ਰਹੇ ਹਾਂ, ਜਿਉਂ-ਜਿਉਂ ਆਮ ਸਧਾਰਨ ਨਾਨ ਪੋਲੀਟੀਕਲ ਬੈਕਗਰਾਊਂਡ ਦੇ ਲੋਕ ਪੰਜਾਬ ਦਾ, ਸੂਬੇ ਦਾ, ਮੁਲਕ ਦਾ, ਆਪਣੇ ਸ਼ਹਿਰ ਦਾ ਦਰਦ ਲੈ ਕੇ ਰਾਜਨੀਤੀ 'ਚ ਆਉਣਗੇ, ਔਰ ਸੁਭਾਵਿਕ ਤੌਰ ਤੇ ਹੈ ਮੌਕੇ ਦੇ ਹਿਸਾਬ ਨਾਲ ਚੀਜ਼ਾਂ ਨੂੰ ਦਰੁਸਤ ਵੀ ਕਰਨਗੇ। ਓਲੇ ਵਾਲੇ ਪਾਸੇ, ਉਸ ਪਾਸੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਲਗਾਤਾਰ ਵਧ ਰਹੀ। ਇਹ ਜਿਹੜੀ ਤੁਸੀਂ ਲੜਾਈ ਲੜ ਰਹੇ ਹੋ ਜੀ, ਇੱਕ ਸਿਸਟਮ ਦੇ ਨਾਲ, ਇੱਕ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਇੱਕ ਸੈੱਟ ਰਾਜਨੀਤੀ ਹੈਗੀ ਹੈ ਉਹਦੇ ਨਾਲ ਤੁਹਾਡੀ ਲੜਾਈ ਹੈ, ਤੋ ਇਸ ਲੜਾਈ ਦੇ ਵਿੱਚ ਲੋਕਾਂ ਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ, ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਦੇਖੋ, ਰੈਵੋਲੂਸ਼ਨ ਤੇ ਬਿਨਾਂ ਕੁਰਬਾਨੀਆਂ ਤੋਂ ਨਹੀਂ ਆਉਂਦਾ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੱਸ ਦੇਣਾ ਰੀਸੈਂਟ। ਹੁਣ ਮਣੀਪੁਰ 'ਚ ਭਾਜਪਾ ਦੀ ਸਰਕਾਰ ਸੀ ਲਗਾਤਾਰ ਪਿਛਲੇ 6 ਸਾਲਾਂ ਤੋਂ, ਜਿਸ ਤਰੀਕੇ ਨਾਲ ਮਣੀਪੁਰ 'ਚ ਲੋਕਾਂ ਹੈਵਾਨੀਅਤ ਦਾ ਨੰਗਾ ਨਾਚ ਹੋਇਆ, ਬੱਚੀਆਂ ਨਾਲ ਬਲਾਤਕਾਰ, ਰੇਪ, ਪਰੇਡ ਕੀਤੀ ਗਈ, ਪੁਲਿਸ ਦੀ ਮੌਜੂਦਗੀ 'ਚ ਕੀਤੀ ਗਈ। 3-3 ਮਹੀਨੇ ਪ੍ਰਾਈਮ ਮਿਨਿਸਟਰ ਕੀ ਸੈਂਟਰ ਸਰਕਾਰ ਬੋਲੀ ਨਹੀਂ, ਔਰ ਚੀਫ ਮਿਨਿਸਟਰ ਨੂੰ ਕਿਸੇ ਨੇ ਪੁੱਛਿਆ ਤੇ ਉਹਨੇ ਕਹਿਤਾ ਇਹੋ ਜਿਹੇ ਤੇ ਹਜ਼ਾਰਾਂ ਕੇਸਿਸ ਹੈ। ਜਦੋਂ ਇਸ ਮੁੱਦੇ ਨੂੰ ਲੈ ਕੇ ਸੰਜੇ ਸਿੰਘ ਜੀ ਰਾਜ ਸਭਾ ਚੱਕਦੇ ਆ ਤੇ ਉਹਨਾਂ ਨੂੰ ਸਸਪੈਂਡ ਸੈਸ਼ਨ ਲਈ ਕਰ ਦਿੱਤਾ ਜਾਂਦਾ। ਲੋਕ ਸਭਾ 'ਚ ਸ਼੍ਰੀ ਰਿੰਕੂ ਜੀ ਮੁੱਦਾ ਚੱਕਦੇ, ਹਰਿਆਣੇ 'ਚ ਕਮਿਊਨਲ ਵਾਇਲੈਂਸ ਭਾਜਪਾ ਸਪੌਂਸਰਡ, ਇਹ ਸਾਰਾ ਸਪੌਂਸਰਡ ਹੈ, ਉੱਥੇ ਕਿਤੇ ਨਾ ਕਿਤੇ ਉਹਨਾਂ ਨੂੰ ਬਾਹਰ ਕਰਦਾ।
ਦਿੱਲੀ ਦੀ ਚੁਣੀ ਹੋਈ ਸਰਕਾਰ ਦੀਆਂ ਤਾਕਤਾਂ ਨੂੰ ਖਤਮ ਕਰਨ ਲਈ ਭਾਜਪਾ ਸੁਪਰੀਮ ਕੋਰਟ ਨੂੰ ਮਤਲਬ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਵੀ ਪਰੇ ਕਰ ਦਿੰਦੀ ਹੈ ਔਰ ਇੱਕ ਨਵਾਂ ਬਿੱਲ ਲੈ ਆਉਂਦੀ। ਉਹਦੇ ਤੇ ਰਾਘਵ ਚੱਡਾ ਜੀ ਬੜੇ ਬੇਬਾਕੀ ਨਾਲ ਬੋਲਦੇ ਆ, ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਸੋ ਮੈਂ ਜਿਹੜੀ ਗੱਲ ਕਰ ਰਿਹਾ, ਸਾਡਾ ਸੰਘਰਸ਼ ਵੇਖੋ ਤੁਸੀਂ, ਸਾਡਾ ਜਿਹੜਾ ਸੰਘਰਸ਼ ਹੈ, ਦਿੱਲੀ ਦੇ ਬੈਸਟ ਐਜੂਕੇਸ਼ਨ ਮਾਡਲ ਨੂੰ ਦੇਣ ਵਾਲਾ ਬੰਦਾ ਜੇਲ੍ਹ 'ਚ ਸੁੱਟਿਆ ਹੋਇਆ ਬੀਜੇਪੀ ਨੇ ਪਿਛਲੇ 6 ਮਹੀਨਿਆਂ 'ਚ, ਕਿਉਂਕਿ ਐਜੂਕੇਸ਼ਨ ਇੱਕ ਏਜੰਡਾ ਸਿੱਟ ਹੋ ਗਿਆ ਦੇਸ਼ ਦੀ ਰਾਜਨੀਤੀ, ਜਿਹਦੇ 'ਚ USA ਦੇ ਪ੍ਰੈਜ਼ੀਡੈਂਟ ਤੋਂ ਲੈ ਕੇ UN ਦੇ ਵੱਡੇ ਵੱਡੇ ਆਫੀਸਰ ਸਾਹਿਬਾਨਾਂ ਨੇ ਵਿਜ਼ਿਟ ਕੀਤਾ। ਸੋ ਸਾਡਾ ਸੰਘਰਸ਼ ਹੈਗਾ, ਇਹ ਮੈਂ ਤੁਹਾਨੂੰ ਕਹਿ ਰਿਹਾ, ਜਿਹੜੀ ਕੁਰਬਾਨੀ ਤੁਸੀਂ ਗੱਲ ਕੀਤੀ, ਕੁਰਬਾਨੀਆਂ ਤੇ ਦੇਣੀਆਂ ਹੀ ਪੈਣੀਆਂ ਔਰ ਇਹ ਅਸੀਂ ਤੈਅ ਕਰਕੇ ਆਏ ਸੀ। ਤਾਂ ਹੀ ਅਸੀਂ ਆਪਣਾ ਆਦਰਸ਼ ਭਗਤ ਸਿੰਘ ਨੂੰ, ਬਾਬਾ ਸਾਹਿਬ ਅੰਬੇਡਕਰ ਨੂੰ ਮੰਨਦੇ ਹਾਂ ਔਰ ਉਹਨਾਂ ਦੇ ਜਿਹੜਾ ਉਹਨਾਂ ਦਾ ਆਈਡੀਓਲੋਜੀ ਹੈ, ਜੋ ਉਹਨਾਂ ਦਾ ਮੈਸੇਜ ਹੈ, ਉਹਨੂੰ ਧਿਆਨ 'ਚ ਰੱਖ ਕੇ ਹੀ ਆਮ ਆਦਮੀ ਪਾਰਟੀ ਅੱਗੇ ਵਧ ਰਹੀ ਹੈ। ਔਰ ਮੈਨੂੰ ਲੱਗਦਾ ਮੁਸ਼ਕਲਾਂ ਵੀ ਬਹੁਤ ਆਉਣ ਵਾਲੀਆਂ, ਲੇਕਿਨ ਇਹਦੇ ਨਾਲ ਨਾਲ ਦੇਸ਼ ਦੇ ਬਹੁਤ ਮਸਲੇ ਹੱਲ ਵੀ ਆਉਣਗੇ, ਮੁਲਕ ਅੱਗੇ ਵੀ ਵਧੂਗਾ ਔਰ ਇਹ ਕਾਫਲਾ ਆਮ ਆਦਮੀ ਪਾਰਟੀ ਦਾ ਲਗਾਤਾਰ ਵਧੂਗਾ। ਤੁਸੀਂ ਕੁਰਬਾਨੀਆਂ ਆਪ ਦੀ ਪਾਰਟੀ ਦੇ ਲੀਡਰਾਂ ਦੀ ਗੱਲ ਕਰ ਰਹੇ ਹੋ, ਤੁਸੀਂ ਸਰਕਾਰ ਦੇ ਵਿੱਚ ਜਿਹੜੇ ਤੁਹਾਡੇ ਮੰਤਰੀ ਉਹਨਾਂ ਦੀ ਕੁਰਬਾਨੀਆਂ ਦੀ ਗੱਲ ਕਰ ਰਹੇ ਹੋ, ਜਾਂ ਤੁਸੀਂ ਸੰਸਦ ਮੈਂਬਰ ਦੀ ਕੁਰਬਾਨੀਆਂ ਦੀ ਗੱਲ ਕਰ ਰਹੇ ਹੋ, ਜਾਂ ਰਾਜ ਸਭਾ ਦੀ ਕੁਰਬਾਨੀਆਂ ਦੀ ਗੱਲ ਕਰ ਰਹੇ ਹੋ। ਮੈਂ ਜਿਹੜੀ ਕੁਰਬਾਨੀ ਦੀ ਗੱਲ ਕਰ ਰਿਹਾ, ਮੈਂ ਇਹ ਕਿਉਂਕਿ ਜਦੋਂ ਪਾਰਟੀ ਜਿਹਦੀ ਸਰਕਾਰ ਹੋਵੇ, ਜਦੋਂ ਸੰਘਰਸ਼ ਕਰ ਰਹੀ ਹੋਵੇ, ਜਦੋਂ ਉਹ ਇਸ ਤਰ੍ਹਾਂ ਦਾ ਸੰਘਰਸ਼ ਕਰ ਰਹੀ ਹੋਵੇ ਕਿ ਉਹਨੇ ਪੁਰਾਣੀ ਸੈਟਅਪ ਦੇ ਨਾਲ, ਪੁਰਾਣੀ ਰਾਜਨੀਤੀ ਦੇ ਨਾਲ, ਜਿਹੜੀ ਟ੍ਰੈਡੀਸ਼ਨਲ ਰਾਜਨੀਤੀ ਹੁੰਦੀ ਉਹਦੇ ਨਾਲ ਲੜਨਾ ਹੁੰਦਾ ਆ, ਔਰ ਜਿਹੜੀ ਲੜਾਈ ਸਰਕਾਰ ਦੀ ਹੈ ਪੁਰਾਣੇ ਸੈਟਅਪ ਦੇ ਨਾਲ, ਮੰਨ ਲਓ ਕਿ ਕੇਂਦਰ ਦੇ ਨਾਲ ਸਰਕਾਰ ਦੀ ਲੜਾਈ ਹੈ, ਤਾਂ ਉਹਦੇ ਵਿੱਚ ਜਿਹੜੀ ਪੰਜਾਬ ਦੀ ਜਨਤਾ ਹੈ ਜਾਂ ਦਿੱਲੀ ਦੀ ਜਨਤਾ ਹੈ, ਕਿ ਉਹਨੂੰ ਵੀ ਕੁਰਬਾਨੀਆਂ ਦੇਣੀਆਂ ਪੈਣਗੀਆਂ? ਮੇਰਾ ਸਵਾਲ ਇਹ ਸੀ। ਵੇਖੋ, ਪੋਲੀਟੀਕਲ ਕਲਾਸ ਲੋਕਾਂ 'ਚੋਂ ਹੀ ਪੈਦਾ ਹੁੰਦੀ ਹੈ। ਜੇ ਕਹੋ ਵੀ ਉਹ ਸਪੈਸ਼ਲ ਪੈਦਾ ਹੋ ਜਾਂਦੇ ਆ, ਉਹ ਤੇ ਚਲੋ ਠੀਕ ਹੈ, ਇੱਕ ਦੇਸ਼ ਦੀ ਰਾਜਨੀਤੀ ਦੀ ਅਨਫੋਰਚੂਨੇਟ ਰਿਹਾ ਵੀ ਕੁਝ ਪਰਿਵਾਰਾਂ ਦਾ ਵੀ ਕਬਜ਼ਾ ਰਿਹਾ, ਉਹਨਾਂ ਨੂੰ ਪਤਾ ਵੀ ਸਾਡਾ ਦਾਦਾ ਵੀ ਸੀ, ਅਸੀਂ ਵੀ ਬਣਨਾ। ਉਸ ਟ੍ਰੈਂਡ ਨੂੰ ਅਰਵਿੰਦ ਕੇਜਰੀਵਾਲ ਜੀ ਨੇ ਖਤਮ ਕਰਤਾ। ਲੇਕਿਨ ਜਦੋਂ ਲੋਕ ਮਾਯੂਸ ਹੋ ਗਏ ਦੇਸ਼ ਦੀ ਰਾਜਨੀਤੀ 'ਚੋਂ, ਇਹ 'ਚ ਹਿੱਸਾ ਲੈਣਾ ਛੱਡਦੇ ਜਾ ਰਹੇ ਸੀ, ਉਦੋਂ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਨਵੀਂ ਦਿਸ਼ਾ ਦਿਖਾਈ ਹੈ। ਉਮੀਦ ਦੀ ਕਿਰਨ ਵੀ ਨਹੀਂ, ਜਿਹੜੀ ਰਾਜਨੀਤੀ ਘਰ ਦੇ ਬਜਟ ਤੋਂ ਲੈ ਕੇ ਦੇਸ਼ ਦੀ ਫੋਰਨ ਪਾਲਿਸੀ ਤੱਕ ਤੈਅ ਕਰਦੀ ਆ, ਸਾਡੀ ਨੌਕਰੀ, ਸਾਡਾ ਖਾਣਾ ਪੀਣਾ, ਸਾਡਾ ਰਹਿਣਾ ਬਹਿਣਾ, ਸਾਡਾ ਘਰ, ਸਾਡਾ ਪਾਣੀ, ਸਾਡਾ ਅਨਾਜ, ਉਸ ਰਾਜਨੀਤੀ ਤੋਂ ਅਸੀਂ ਐਲਰਜੀ ਨਹੀਂ, ਦੂਰ ਨਹੀਂ ਹਟ ਸਕਦੇ। ਸਾਨੂੰ ਉਹਦੇ 'ਚ ਆਉਣਾ ਪਊਗਾ, ਉਹਦੇ 'ਚ ਆ ਕੇ ਸਫਾਈ ਕਰਨੀ ਪਊਗੀ। ਤੇ ਸੁਭਾਵਿਕ ਤੌਰ ਤੇ ਆ ਜੋ ਇਸ ਸੰਘਰਸ਼ ਸਾਥ ਦੇਣਗੇ, ਚਾਹੇ ਉਹ ਦਿੱਲੀ ਦੇ ਲੋਕ ਹੋਣ ਚਾਹੇ ਪੰਜਾਬ ਦੇ ਹੋਣ, ਕੁਰਬਾਨੀ ਤੇ ਸੁਭਾਵਿਕ ਤੌਰ ਤੇ ਦੇਣੀ ਪਊਗੀ, ਸੰਘਰਸ਼ ਤੇ ਕਰਨਾ ਹੀ ਪਊਗਾ। ਕੁਰਬਾਨੀ ਤੋਂ ਮਤਲਬ ਇਹ ਨਹੀਂਗਾ ਵੀ ਅਸੀਂ ਕੋਈ ਜਾ ਕੇ ਉੱਥੇ ਫਾਂਸੀਆਂ ਤੇ ਮਤਲਬ ਚੜ ਜਾਣਾ। ਗੱਲ ਇਹ ਆ ਵੀ ਇੱਕ ਆਪਣਾ ਥਾਟ ਪ੍ਰੋਸੈਸ, ਆਪਣੀ ਜਿਹੜੀ ਲਗਜ਼ਰੀ ਲਾਈਫ, ਜਿਹੜੀ ਕੰਫਰਟ ਲਾਈਫ, ਉਹਨੂੰ ਤੇ ਛੱਡਣਾ ਪਊਗਾ ਔਰ ਲੋਕਾਂ ਵਾਸਤੇ, ਸਮਾਜ ਵਾਸਤੇ ਸੰਘਰਸ਼ ਕਰਨਾ ਪਊਗਾ। ਹਾਂ, ਲੋਕਾਂ ਨੂੰ ਵੀ ਕੰਫਰਟ ਲਾਈਫ ਛੱਡਣੀ ਪੈ ਗਈ। ਮੈਂ ਗੱਲ ਅਰਥਚਾਰੇ ਦੀ ਕਰ ਰਿਹਾ, ਜਿਹੜੀ ਕੁਰਬਾਨੀ ਦੀ ਮੈਂ ਗੱਲ ਕਰ ਰਿਹਾ। ਮਿਸਾਲ ਦੇ ਤੌਰ ਤੇ ਇੱਕ ਪੰਜਾਬ ਦੇ ਵਿੱਚ ਅਸਿੱਧਾ ਟੈਕਸ ਹੁੰਦਾ, ਇੱਕ ਤਾਂ ਸਿੱਧਾ ਟੈਕਸ ਹੁੰਦਾ, ਇੱਕ ਅਸਿੱਧਾ ਹੁੰਦਾ। ਉਹਦੇ ਵਿੱਚ ਬਹੁਤ ਸਾਰੇ ਉਹ ਮਿਸਲੇਨੀਅਸ ਟੈਕਸਿਸ ਹੁੰਦੇ ਆ ਔਰ ਉਹ ਟੈਕਸ ਗਿਣਾਉਣੇ ਬਹੁਤ ਔਖੇ ਹੁੰਦੇ ਆ, ਬਹੁਤ ਗੁਪਤ ਤਰ੍ਹਾਂ ਦੇ ਟੈਕਸ ਹੁੰਦੇ ਆ। ਉਹ ਕੋਈ 45,000 ਕਰੋੜ ਰੁਪਏ ਦੇ ਕਰੀਬ ਇਹ ਟੈਕਸ ਲੱਗਦੇ ਹੁੰਦੇ ਸੀ ਪੰਜਾਬ ਦੇ ਵਿੱਚ ਪਹਿਲੀਆਂ ਸਰਕਾਰਾਂ ਦੇ ਵੇਲੇ। ਔਰ ਹੁਣ ਮੌਜੂਦਾ ਸਮੇਂ ਦੇ ਵਿੱਚ ਮੈਂ ਇੱਕ ਅਰਥ ਸ਼ਾਸਤਰੀ ਨਾਲ ਗੱਲ ਕਰ ਰਿਹਾ ਸੀ, ਉਹ ਦੱਸ ਰਿਹਾ ਸੀ ਕਿ 65,000 ਕਰੋੜ ਰੁਪਏ ਦੇ ਕਰੀਬ ਇਹ ਹੁਣ ਟੈਕਸ ਜਿਹੜੇ ਆ ਇਹ ਬਣ ਗਏ ਆ। ਤਾਂ ਮੈਂ ਗੱਲ ਕਰ ਰਿਹਾ ਸੀ ਕਿ ਜਿਵੇਂ ਤੁਹਾਨੂੰ ਪੈਟਰੋਲ ਦੇ ਤੇ ਡੀਜ਼ਲ ਦੇ ਰੇਟ ਵਧਾਉਣੇ ਪਏ, ਭਾਵੇਂ ਉਹ ਥੋੜੇ ਵਧਾਏ, ਜ਼ਿਆਦਾ ਨਹੀਂ ਤੁਸੀਂ ਟੈਕਸ ਲਾਇਆ, ਲੇਕਿਨ ਵਧਾਉਣੇ ਪਏ, ਜ਼ਿਆਦਾ ਵੈਟ ਨਹੀਂ, ਪਰ ਫਿਰ ਵੀ ਉਹ ਵੈਟ ਕਾਫੀ ਹੈ ਉਸ ਸੂਰਤ ਦੇ ਵਿੱਚ। ਤਾਂ ਇਸ ਤਰ੍ਹਾਂ ਦੀ ਮੈਂ ਗੱਲ ਕਰ ਰਿਹਾ ਸੀ, ਜਿਹੜੇ ਆਰਥਿਕ ਥੋੜ੍ਹਾ ਬੋਝ ਲੋਕਾਂ ਦੇ ਉੱਪਰ ਜਿਹੜਾ ਪਾਉਣਾ, ਕਿਉਂਕਿ ਮੈਂ ਇਸ ਕਰਕੇ ਵੀ ਗੱਲ ਕਰ ਰਿਹਾ ਕਿ ਤੁਹਾਡੀ ਸਰਕਾਰ ਨੂੰ ਹੁਣ ਤਕਰੀਬਨ 1.5 ਸਾਲ ਹੋਣ ਵਾਲਾ ਆ, ਪੁਰਾਣੀ ਸਰਕਾਰ ਹੋ ਚੁੱਕੀ ਹੈ ਪੰਜਾਬ ਦੇ ਲਈ, ਔਰ 1.5 ਸਾਲ ਦੇ ਵਿੱਚ ਉਸ ਤਰ੍ਹਾਂ ਦੀਆਂ ਪਾਲਿਸੀਜ਼ ਜਿਹੜੀਆਂ ਕਿ ਅਸੀਂ ਇਹ ਕਹਿ ਲਈਏ, ਉਹ ਜਿਹੜੀਆਂ ਨੀਤੀਆਂ ਦੇ ਰਾਹੀਂ ਤੁਸੀਂ ਇਹ ਕਿਤੋਂ ਦੱਸ ਸਕੇ ਹੋ ਕਿ ਸਰਕਾਰ ਨੂੰ ਆਮਦਨ ਦੇ ਸਰੋਤ ਸਰਕਾਰ ਦੇ ਕੋਲੇ ਕਿਹੜੇ ਹੈਗੇ ਆ। ਇਸ ਤਰ੍ਹਾਂ ਹਾਲੇ ਤੱਕ ਕੋਈ ਪਾਰਦਰਸ਼ਤਾ ਉਹਨਾਂ ਦੇ ਵਿੱਚ ਨਜ਼ਰ ਨਹੀਂ ਆਈ। ਤੋ ਇਹ ਸਾਰਾ ਜਿਹੜਾ ਮਾਮਲਾ ਹੈ, ਅਰਥਚਾਰੇ ਦਾ ਜਿਹੜਾ ਮਾਮਲਾ ਹੈ, ਪੰਜਾਬ ਦਾ ਅਰਥਚਾਰਾ ਇਸ ਵੇਲੇ ਕਿੱਥੇ ਖੜਾ ਹੈ, ਪੰਜਾਬ ਦਾ ਅਰਥਚਾਰਾ ਜਾਣਾ ਕਿੱਥੇ ਚਾਹੀਦਾ ਸੀ, ਮੈਂ ਇਹਦੀ ਗੱਲ ਕਰ ਰਿਹਾ ਸੀ। ਇਹਦੇ ਵਿੱਚ ਤੁਹਾਨੂੰ ਲੁਕਵੇਂ ਟੈਕਸ ਜਿਹੜੇ ਜਨਤਾ ਦੇ ਉੱਤੇ ਲਾਉਣੇ ਪੈ ਰਹੇ ਆ ਜਾਂ ਤੁਸੀਂ ਲਾਓਗੇ, ਮੈਂ ਉਸ ਸੰਦਰਭ ਦੇ ਵਿੱਚ ਪੁੱਛ ਰਿਹਾ ਤੁਹਾਡੇ ਤੋਂ। ਦੇਖੋ, ਪਹਿਲੀ ਗੱਲ ਤੇ ਇਹ ਆ ਵੀ ਟੈਕਸ ਲਾਉਣ ਦੀ ਜਿਹੜੀ ਇੱਕ
ਤਾਕਤ ਹੈ ਉਹ ਵੀ ਜੀ। ਜਿਹੜੀ ਪਿਛਲੇ ਸਾਲਾਂ 'ਚੋਂ ਸੈਂਟਰਲਾਈਜ਼ ਹੋ ਗਈ। ਸੂਬਿਆਂ ਕੋਲ ਅਧਿਕਾਰ ਬਹੁਤ ਘਟ ਗਏ। GST ਦੇ ਰਾਹੀਂ ਸੈਂਟਰ ਸੂਬੇ ਇਕੱਠਾ ਕਰਦੇ, ਸੈਂਟਰ ਕੋਲ ਪੈਸਾ ਚਲੇ ਜਾਂਦਾ, ਫਿਰ ਉਹਨਾਂ ਤੇ ਮੁਹਤਾਜ ਹੋ ਜਾਂਦਾ। ਇਹ ਵੀ ਬੜਾ ਹੀ ਮਤਲਬ ਇੱਕ ਅਨਡੈਮੋਕ੍ਰੈਟਿਕ ਇੱਕ ਰਿਵਾਜ ਬਣ ਗਿਆ ਔਰ ਬਹੁਤ ਹੀ ਜਿਹੜੀ ਇੱਕ ਪੂਰਨ ਮੈਜੋਰਿਟੀ ਵਾਲੀ ਸਰਕਾਰ ਹੈ ਉਹਨਾਂ ਦਾ ਰਵੱਈਆ। ਦੂਜੀ ਗੱਲ ਸਾਡਾ ਹੀ ਮੰਨਣਾ ਹੈ ਕਿ ਪਹਿਲਾਂ ਤੇ ਜਿਹੜੇ ਮੌਜੂਦਾ ਸਾਡੇ ਰਿਸੋਰਸ ਹੈ, ਚਾਹੇ ਉਹ ਟਰਾਂਸਪੋਰਟ ਹੈ, ਚਾਹੇ ਐਕਸਾਈਜ਼ ਹੈ, ਚਾਹੇ ਐਗਰੀਕਲਚਰ ਹੈ, ਚਾਹੇ ਮਾਈਨਿੰਗ ਹੈ, ਜਾਂ ਮੌਜੂਦਾ ਇੰਡਸਟਰੀ ਹੈ, ਉਹ ਸਾਰੇ ਮੌਜੂਦਾ ਰਿਸੋਰਸਸ ਨੂੰ ਜਿਹੜਾ ਟਰਾਂਸਪੇਰੈਂਟ ਕਰਕੇ ਚੋਰ ਮੋਰੀਆਂ ਉਹਨਾਂ ਦੀਆਂ ਬੰਦ ਕਰਕੇ ਉਹਨਾਂ ਤੇ ਹੋ ਰਿਹਾ ਚੋਰੀ ਖਤਮ ਕਰਕੇ, ਕਰਪਸ਼ਨ ਖਤਮ ਕਰਕੇ ਸੂਬੇ ਦੀ ਖਜ਼ਾਨੇ 'ਚੋਂ ਇੱਕ ਪੈਸਾ ਆਵੇ, ਇਹ ਇਨਸ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ। ਕਾਫੀ ਹੱਦ ਤੱਕ ਕਾਮਯਾਬੀ ਮਿਲੀ ਆ, ਪਰ ਮੈਂ ਨਹੀਂ ਕਹਿੰਦਾ ਪੂਰਨ ਤੌਰ ਤੇ ਮਿਲ ਗਈ ਆ, ਲੇਕਿਨ ਸਾਡੀ ਕੋਸ਼ਿਸ਼ ਹੈ ਪਹਿਲਾਂ ਤੇ ਇੱਕ ਪੈਸਾ ਜਿਹੜਾ ਖਜ਼ਾਨੇ ਦਾ ਹੈ ਖਜ਼ਾਨੇ 'ਚ ਵਾਪਸ ਆਵੇ, ਫਿਰ ਲੋਕਾਂ ਤੇ ਲੱਗੇ। ਦੂਜਾ ਇਕਨੋਮਿਕ ਮਾਡਲ ਇਹ ਆ ਆਮ ਆਦਮੀ ਪਾਰਟੀ ਦਾ ਵੀ ਜੇ 11 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਕਾਰਪੋਰੇਟ ਸੈਕਟਰ ਤੇ ਰਾਈਟ ਆਫ ਤੇ ਇੱਕ ਟਰਮ ਹੈ ਬੇਸਿਕਲੀ ਤੋਂ ਮਾਫੀ ਕਰਦੇ, ਨਾਨ ਪ੍ਰੋਫਿਟ ਐਸੈਟ ਕਹਿ ਕੇ। ਉਹ ਕਾਰਪੋਰੇਟ ਸੈਕਟਰ ਜਿਹੜੇ ਅਰਬਾਂ ਖਰਬਾਂ ਦੇ ਮਾਲਕ ਹੈ, ਤੇ ਫਿਰ ਇੱਕ ਆਮ ਸਧਾਰਨ ਪਰਿਵਾਰ ਜਿਹੜੇ 2 ਟਾਈਮ ਦੀ ਰੋਟੀ, ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਪੜ੍ਹਾਉਣ ਦਾ ਫਿਕਰ ਹੈ, ਮਕਾਨ ਬਣਾਉਣ ਦਾ ਫਿਕਰ ਹੈ, ਉਹਨਾਂ ਨੂੰ ਕਿਉਂ ਨਾ ਕੁਝ ਰਿਲੈਕਸ ਦਿੱਤਾ ਜਾਵੇ, ਰਿਲੀਫ ਦਿੱਤਾ ਜਾਵੇ, ਚਾਹੇ ਉਹਨਾਂ ਦੀ ਬਿਜਲੀ ਹੀ ਫ੍ਰੀ ਕੀਤੀ ਜਾਵੇ, ਕੋਈ 2-4 ਹਜ਼ਾਰ ਰੁਪਈਆ ਉਹਦਾ ਬਚੇ ਤੇ ਉਹ ਆਪਣੇ ਪਰਿਵਾਰ ਦੀ ਕੋਈ ਹੋਰ ਪਲੈਨਿੰਗ ਬਿਹਤਰੀ ਲਈ ਕਰ ਸਕੇ। ਜੇ ਮੈਂਬਰ ਪਾਰਲੀਮੈਂਟ ਦੀ ਬਿਜਲੀ ਫ੍ਰੀ ਹੋ ਸਕਦੀ ਆ, ਜੇ ਮੈਂਬਰ ਪਾਰਲੀਮੈਂਟ ਨੂੰ ਪਾਣੀ ਫ੍ਰੀ ਮਿਲ ਸਕਦਾ ਆ, ਐਜੂਕੇਸ਼ਨ ਫ੍ਰੀ ਮਿਲ ਸਕਦੀ, ਉਹਦੇ ਬੱਚਿਆਂ ਨੂੰ ਪ੍ਰਿਵਿਲੇਜ ਮਿਲ ਸਕਦਾ ਹੈ, ਰੇਲਵੇ, 에ਅਰ, ਫੇਅਰ ਟਰਾਂਸਪੋਰਟ, ਤੇ ਆਮ ਬੰਦੇ ਨੂੰ ਕਿਉਂ ਨਹੀਂ ਅਧਿਕਾਰ ਮਿਲਣਾ ਚਾਹੀਦਾ, ਬਲਕਿ ਆਮ ਬੰਦੇ ਨੂੰ ਸਭ ਤੋਂ ਪਹਿਲਾਂ ਮਿਲਣਾ ਚਾਹੀਦਾ। ਸੋ ਇਹ ਤਮਾਮ ਉਹ ਉਪਰਾਲੇ ਆ ਜਿਹੜਾ ਇੱਕ ਟ੍ਰੈਡੀਸ਼ਨਲ ਪੋਲਿਟਿਕਸ ਤੋਂ ਹਟ ਕੇ ਅਰਵਿੰਦ ਕੇਜਰੀਵਾਲ ਜੀ ਨੇ ਸ਼ੁਰੂ ਕੀਤੇ ਆ, ਜਾਂ ਪੰਜਾਬ 'ਚ ਮਾਨ ਸਾਹਿਬ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ ਵਧਾਇਆ। ਸੋ ਪਹਿਲਾਂ ਤੇ ਮੌਜੂਦਾ ਸਿਸਟਮ ਨੂੰ ਦਰੁਸਤ ਕਰੀਏ, ਫਿਰ ਐਡੀਸ਼ਨਲ ਰਿਸੋਰਸ ਕਿੱਥੋਂ ਜੁਟਾਉਣੇ ਆ ਜਾਂ ਕਿੱਥੋਂ ਪੈਦਾ ਕਰਨੇ ਆ, ਉਹਦੇ ਬਾਰੇ ਸੁਭਾਵਿਕ ਤੌਰ ਤੇ ਸਰਕਾਰ ਚੱਲ ਹੀ ਰਹੀ ਹੈ। ਨਾਲ ਨਾਲ ਸਾਡੇ ਇੰਸਟੀਟਿਊਸ਼ਨ ਬਚਾਉਣੇ ਆ, ਚਾਹੇ ਉਹ ਯੂਨੀਵਰਸਿਟੀਜ਼ ਹੈ ਸਾਡੀਆਂ, ਚਾਹੇ ਸਾਡੇ ਬਾਕੀ ਮੰਡੀ ਬੋਰਡ ਹੈ, ਬਾਕੀ ਅਦਾਰੇ ਆ, ਮਾਰਕਫੈਡ ਹੈ, ਪਨਗ੍ਰੇਨ ਹੈ। ਮਾਰਕਫੈਡ ਨੂੰ ਵਰਲਡ ਲੈਵਲ ਦਾ ਇੱਕ ਬ੍ਰਾਂਡ ਬਣਾਈਏ ਮਾਰਕੀਟਿੰਗ ਕਰਕੇ, ਮਾਨ ਸਾਹਿਬ ਦੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਔਰ ਕਾਫੀ ਹੱਦ ਤੱਕ ਕਾਮਯਾਬ ਹੈ। ਸੋ ਮੌਜੂਦਾ ਜਿਹੜਾ ਪੰਜਾਬ ਦਾ ਢਾਂਚਾ ਉਹਨੂੰ ਬਚਾ ਕੇ ਫਿਰ ਐਡੀਸ਼ਨਲ ਰਿਸੋਰਸ ਜਨਰੇਟ ਕਰਕੇ ਲੋਕਾਂ ਦੀ ਬਿਹਤਰੀ ਲਈ ਕੰਮ ਕਰੀਏ। ਆਮ ਆਦਮੀ ਪਾਰਟੀ ਦਾ ਇਹ ਏਜੰਡਾ ਹੈ। ਜਿਹੜੇ ਤੁਹਾਡੇ ਕੋਲ 3 ਸਾਲ ਰਹਿ ਗਏ ਨੇ, 1.5 ਸਾਲ ਹੋ ਗਿਆ, 1.5 ਸਾਲ ਦੇ ਵਿੱਚ ਹਾਲੇ ਤੱਕ ਬਹੁਤ ਕੁਝ ਤੈਅ ਕਰਨਾ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਆਹ ਕੰਮ ਜਿਹੜੇ ਹੈਗੇ ਆ ਇਹ ਅਸੀਂ ਪਹਿਲਾਂ ਕਰਾਂਗੇ, ਫਿਰ ਜਾ ਕੇ ਇਹਦਾ ਅਸੀਂ ਜਿਹੜਾ ਸਿਲਾ ਹੈ ਉਹ ਲਵਾਂਗੇ। ਯਾਨੀ ਕਿ ਆਇਡੈਂਟੀਫਾਈ ਕਰਨਾ ਕਿ ਕਿੱਥੋਂ ਕਿੱਥੋਂ ਰਿਸੋਰਸ ਪੈਦਾ ਕੀਤੇ ਜਾ ਸਕਦੇ ਆ, ਕਿੱਥੋਂ ਕਿੱਥੋਂ ਪੈਸੇ ਦਾ ਸੋਮਾ ਜਿਹੜਾ ਹੈਗਾ ਉਹ ਪੈਦਾ ਕੀਤਾ ਜਾ ਸਕਦਾ ਆ। ਤਾਂ ਇਹ ਹਾਲੇ ਤੱਕ ਸਰਕਾਰ ਇਹ ਵੀ ਆਇਡੈਂਟੀਫਾਈ ਨਹੀਂ ਕਰ ਸਕੀ, ਤਾਂ ਇਹ ਤਾਂ ਬਹੁਤ ਸਲੋ ਹੈ, ਫਿਰ ਬਹੁਤ ਧੀਮੀ ਗਤੀ ਹੈ ਸਰਕਾਰ। ਨਹੀਂ ਬਿਲਕੁਲ ਤੁਸੀਂ ਮੇਰੇ ਸਮਝੇ ਨਹੀਂ। ਮੈਂ ਕਿਹਾ ਸਰਕਾਰ ਕੋ ਪੈਸਿਆਂ ਦੀ ਕਮੀ ਨਹੀਂ ਹੁੰਦੀ, ਜੇ ਉਹਦੇ ਰਿਸੋਰਸਿਸ ਤੇ ਜਿਹੜੀ ਮੋਨੋਪੋਲੀ ਬਣੀ ਹੋਈ ਹੈ, ਜਿਹੜੀ ਲੁੱਟ ਬਣੀ ਹੋਈ ਹੈ, ਜਿਹੜਾ ਇੱਕ ਕਬਜ਼ਾ ਕੁਝ ਲੋਕਾਂ ਦਾ ਉਹ ਖਤਮ ਕੀਤੀ। ਮਾਨ ਸਾਹਿਬ ਸਰਕਾਰ ਕਾਫੀ ਹੱਦ ਤੱਕ ਉਹ ਤੇ ਕਾਮਯਾਬ ਹੋਈ ਆ, ਚਾਹੇ ਉਹ ਸ਼ਰਾਬ ਦੇ ਠੇਕਿਆਂ ਦੀ ਗੱਲ ਹੈ, ਚਾਹੇ ਰੇਤਾਂ ਦੇ ਠੇਕਿਆਂ ਦੀ ਗੱਲ ਹੈ, ਚਾਹੇ ਟਰਾਂਸਪੋਰਟ ਪੂਰੇ ਬਿਜ਼ਨਸ ਦੀ ਗੱਲ ਹੈ, ਕੁਝ ਪਰਿਵਾਰਾਂ ਦਾ ਹੀ ਸੀ ਇਹ। ਮਤਲਬ ਪਹਿਲਾਂ ਤੇ ਉਹ ਕੁਝ ਜੇਬਾਂ ਜਾ ਰਿਹਾ ਸੀ, ਬਾਕੀ ਸੂਬੇ ਨੂੰ ਕੁਝ ਵੀ ਨਹੀਂ ਆ ਰਿਹਾ ਸੀ। ਇੱਕ ਤੇ ਉਹਨੂੰ ਦਰੁਸਤ ਕਰਨ 'ਚ ਲੱਗੇ ਹੋਏ ਆ। ਦੂਜਾ, ਪਿਛਲੇ 1 ਸਾਲ 'ਚ 30,000 ਨੌਕਰੀਆਂ ਮਦਨ ਜੀ ਦਿੱਤੀਆਂ ਮਾਨ ਸਾਹਿਬ ਦੀ ਸਰਕਾਰ ਨੇ। ਕੋਈ ਇੱਕ ਸਿੰਗਲ ਬੰਦਾ ਕਹਿ ਦੇ ਕਿ ਮੈਨੂੰ ਕੋਈ ਫੇਵਰਿਜ਼ਮ ਹੋਇਆ, ਮੇਰਾ ਕੋਈ ਪੈਸਾ ਲੱਗਿਆ, ਕੋਈ ਭਾਈ ਭਤੀਜਾਵਾਦ ਹੋਇਆ, ਕੋਈ ਰਿਸ਼ਵਤ ਚੱਲੀ, ਕੋਈ ਸਿਫਾਰਿਸ਼ ਚੱਲੀ, ਨੋ। ਬਿਲਕੁਲ ਪਾਰਦਰਸ਼ਤਾ ਦੇ ਤਰੀਕੇ ਨਾਲ ਕਿਸਾਨਾਂ ਨੂੰ ਇਨਸੈਂਟਿਵ ਦੇਣੇ, ਜਿਹੜਾ ਨਹਿਰੀ ਪਾਣੀ ਵੱਧ ਤੋਂ ਵੱਧ ਪਿੰਡਾਂ 'ਚ ਪਹੁੰਚੇ ਤਾਂ ਕਿ ਜਿਹੜਾ ਮੋਟਰਾਂ ਦਾ ਖਰਚਾ ਖਤਮ ਹੋਵੇ, ਜ਼ਮੀਨੀ ਪਾਣੀ ਬਚੇ, ਜਿਹੜਾ ਜ਼ਮੀਨ ਦੇ ਅੰਦਰ ਦਾ ਪਾਣੀ ਅਸੀਂ ਬਚਾਈਏ, ਸਭ ਤੋਂ ਵੱਡੀ ਸਮੱਸਿਆ ਸਾਡੀ। ਉਸ 'ਚ ਮਾਨ ਸਾਹਿਬ ਦੀ ਸਰਕਾਰ ਨੇ ਬਹੁਤ 1 ਸਾਲ 'ਚ ਕੰਮ ਕੀਤਾ ਆ ਕਿ ਜਿਹੜਾ ਪਾਈਪ ਲਾਈਨਾਂ ਦੇ ਰਾਹੀਂ ਪਾਣੀ, ਨਹਿਰੀ ਪਾਣੀ ਟੇਲ ਏਰੀਆ ਤੇ ਪਹੁੰਚਾਉਣਾ, ਇਹ ਬੁਨਿਆਦੀ ਕੰਮ ਹੈ, ਇਹ ਜ਼ਰੂਰੀ ਕੰਮ ਹੈ। ਨਾਲ ਨਾਲ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ, ਪੰਜਾਬੀ ਯੂਨੀਵਰਸਿਟੀ ਨੂੰ ਪੈਕੇਜ ਦੇਣਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਦੇਣਾ, ਪੰਜਾਬ ਯੂਨੀਵਰਸਿਟੀ ਨੂੰ ਦੇਣਾ, ਜਿਹੜਾ ਆਲਮੋਸਟ ਕਬਜ਼ਾ ਕਰਨ ਦੀ ਫਿਰਾਕ ਸੀਗੀ ਹਰਿਆਣੇ ਦੇ ਰਾਹੀਂ ਭਾਜਪਾ ਆਪਣੇ, ਉਹਨੂੰ ਬਚਾਉਣਾ।
ਉਹ ਸਾਡੇ ਇੰਸਟੀਟਿਊਸ਼ਨਸ ਨੂੰ ਬਚਾਉਣਾ, ਇਹ ਸਾਡੀ ਕੋਸ਼ਿਸ਼ ਹੈ। ਸੋ 1.5 ਸਾਲ 'ਚ ਬਹੁਤ ਸਾਰੇ 11-12 ਹਜ਼ਾਰ ਏਕੜ ਜ਼ਮੀਨ ਛੁਡਵਾ ਲਈ ਸਰਕਾਰੀ, ਅਲਟੀਮੇਟਲੀ ਤਾਂ ਉਹ ਸਰਕਾਰ ਦਾ ਖਜ਼ਾਨਾ ਹੈ। ਔਰ ਬਾਕੀ ਚੀਜ਼ਾਂ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ। ਬਹੁਤ ਸਾਰੇ ਕਰਪਸ਼ਨ ਦੇ ਜਿਹੜੇ ਚਾਰजेस ਸੀ ਪੋਲੀਟੀਕਲ ਕਲਾਸ ਜਾਂ ਅਫਸਰਾਂ ਦੇ ਖਿਲਾਫ, ਉਹਨਾਂ ਤੇ ਕਾਰਵਾਈ ਹੋਈ ਆ। ਆਪਣੇ ਐਮਐਲਏ ਮੰਤਰੀਆਂ ਦੇ ਖਿਲਾਫ ਵੀ ਕਾਰਵਾਈ ਹੋਈ ਆ, ਨਹੀਂ ਤਾਂ ਪਹਿਲਾਂ ਤਾਂ ਕੋਈ ਕਰਿੰਦਾ ਵੀ ਕਿਸੇ ਪਾਰਟੀ ਦਾ ਸੱਤਾਧਾਰੀ ਦਾ ਉਹਦੇ ਤੇ ਐਕਸ਼ਨ ਨਹੀਂ ਹੁੰਦਾ ਸੀ। ਸੋ ਇਹ तमाम ਕੋਸ਼ਿਸ਼ਾਂ ਆ ਜਿਹਦੇ ਨਾਲ ਮੈਨੂੰ ਲੱਗਦਾ ਵਾ ਅਗਲੇ, ਦੇਖੋ ਰਾਤੋਂ ਰਾਤ 15-20-30 ਸਾਲ 'ਚ ਸਿਚੁਏਸ਼ਨ ਜਿਹੜੀ ਖਰਾਬ ਹੋਈ ਹੈ, ਜੇ ਕਹੀਏ ਵੀ ਆਪਾਂ ਪਿਛਲੇ 1-2-3 ਸਾਲਾਂ 'ਚ ਹੀ ਦਰੁਸਤ ਹੋ ਜੂਗੀ, ਇਹ ਨਹੀਂ ਹੋ ਸਕਦਾ। ਪਰ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਟੀਚਰ ਟ੍ਰੇਨਿੰਗ ਪ੍ਰੋਗਰਾਮ ਕਰਾਏ ਆ, ਬੱਚਿਆਂ ਨੂੰ ਐਕਸਪੋਜ਼ਰ ਦੇਣ ਦੀ ਗੱਲ ਹੈ, ਬੱਚਿਆਂ ਨੂੰ ਵੱਖ-ਵੱਖ ਇੰਸਟੀਟਿਊਸ਼ਨਸ ਤੇ ਵਿਜ਼ਿਟ ਕਰਨ ਦੀ ਗੱਲ ਹੈ, ਤਾਂ ਕਿ ਸਾਡਾ ਐਜੂਕੇਸ਼ਨ ਸਿਸਟਮ ਬਿਹਤਰ ਹੋਵੇ। ਤਾਂ ਸੁਭਾਵਿਕ ਤੌਰ ਤੇ ਇੱਕ ਪੜ੍ਹਿਆ ਲਿਖਿਆ ਬੱਚਾ ਆਪਣੇ ਆਪ ਪੈਰਾਂ ਤੇ ਖੜਾ ਹੋ ਸਕਦਾ ਹੈ, ਬਜਾਏ ਉਹਦੇ ਕਿ ਕਿਸੇ ਹੋਰ ਤਰ੍ਹਾਂ ਦੀ ਉਹਨੂੰ ਸਹੂਲਤ ਦੇਣ ਦੀ, ਉਹਨੂੰ ਅੱਛਾ ਐਜੂਕੇਟ ਕੀਤਾ ਜਾਵੇ। ਸੋ ਇਹ ਸਾਰੇ ਉਪਰਾਲੇ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ। ਨਹੀਂ, ਇਹ ਮੈਂ ਨਹੀਂ ਕਹਿੰਦਾ ਕਿ ਤੁਸੀਂ ਰਾਤੋਂ ਰਾਤ ਠੀਕ ਕਰ ਸਕਦੇ ਹੋ, ਪਰ ਤੁਸੀਂ ਇਹ ਵਾਅਦਾ ਕੀਤਾ ਸੀ ਕਿ ਅਸੀਂ ਰਾਤੋਂ ਰਾਤ ਠੀਕ ਕਰ ਲਾਂਗੇ। ਇਸ ਕਰਕੇ ਮੈਂ ਸਵਾਲ ਕੀਤਾ, ਜਿਵੇਂ ਮਿਸਾਲ ਦੇ ਤੌਰ ਤੇ ਬਹੁਤ ਸਾਰੇ ਮਾਮਲੇ ਨੇ ਜਿਹੜੇ ਇਹ ਖਨਨ ਮਾਫੀਆ ਜਾਂ ਜਿਹੜੇ ਸ਼ਰਾਬ ਮਾਫੀਆ ਆ, ਇਹ ਤਾਂ ਇੱਕ ਬਹੁਤ ਵੱਡਾ ਮਾਫੀਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹਦੇ ਤੇ ਹਾਲੇ ਨੱਥ ਪਾਉਣੀ ਸਮਾਂ ਲੱਗੇਗਾ ਤੁਹਾਨੂੰ, ਜੇ ਇਮਾਨਦਾਰੀ ਨਾਲ ਤੁਸੀਂ ਚਾਹੋਗੇ ਤਾਂ। ਇਸ ਤੋਂ ਇਲਾਵਾ ਵੀ ਜਿਵੇਂ ਮਿਸਾਲ ਦੇ ਤੌਰ ਤੇ ਅੱਜ ਅਸੀਂ ਗੱਲ ਕਰੀਏ, ਜੇ ਨਸ਼ਿਆਂ ਦੀ ਗੱਲ ਕਰੀਏ ਪੰਜਾਬ ਦੀ, ਜੇ ਬਹੁਤ ਵੱਡਾ ਜਿਹੜਾ ਮਾਮਲਾ ਹੈ ਪੰਜਾਬ ਦੇ ਲਈ, ਜਿਹੜਾ ਲਗਾਤਾਰ ਹਾਲੇ ਵੀ ਜਿਉਂ ਦੇ ਤੋਂ ਜਾਨਾਂ ਲੈ ਰਿਹਾ ਲੋਕਾਂ ਦੀਆਂ, ਔਰ ਬਹੁਤ ਸਰਗਰਮੀ ਨਾਲ ਸਾਰਾ ਕੁਝ ਚੱਲ ਰਿਹਾ। ਮੈਂ ਹਾਲੇ ਕੱਲ੍ਹ ਹੀ ਗੱਲ ਕਰ ਰਿਹਾ ਸੀ ਮਾਨਸੇ ਦੇ ਇਲਾਕੇ 'ਚ ਕਿਸੇ ਨਾਲ, ਜਿਹੜੀ ਕਿ ਮੂਵਮੈਂਟ ਚੱਲ ਰਹੀ ਹੈ ਨਸ਼ੇ ਦੇ ਖਿਲਾਫ। ਉਹਨਾਂ ਨੇ ਇੱਥੋਂ ਤੱਕ ਫੈਸਲਾ ਕਰ ਰਹੇ ਮਾਲਵੇ ਦੇ ਬਹੁਤ ਸਾਰੇ ਪਿੰਡਾਂ 'ਚ ਕਿ ਜੇ ਹਾਲਾਤ ਰਹੇ ਤਾਂ ਅਸੀਂ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਪਿੰਡ 'ਚ ਨਹੀਂ ਵੜਨ ਦਿਆਂਗੇ। ਸੋ ਉਧਰ ਇੱਕ ਇਹ ਬਕਾਇਦਾ ਤੌਰ ਤੇ ਨਸ਼ੇ ਦੇ ਖਿਲਾਫ ਮੂਵਮੈਂਟ ਖੜੀ ਕੀਤੀ ਹੋਈ ਹੈ, ਅੰਦੋਲਨ ਚੱਲ ਰਿਹਾ ਹੈ ਨਸ਼ੇ ਦੇ ਖਿਲਾਫ, ਖਾਸ ਕਰਕੇ ਉਹ ਜਿਹੜਾ ਪਰਮਿੰਦਰ ਸਿੰਘ ਝੋਟਾ ਉਹਦੇ ਮਾਮਲੇ 'ਚ। ਤੋਂ ਇੱਕ ਹੋਰ ਘਟਨਾ ਬੜੀ ਜਿਹੜੀ ਦੁਖਦਾਈ ਵਾਪਰੀ ਹੈ। ਉਹ ਘਟਨਾ ਜਿਹੜੀ ਹੈ ਸਾਦਕ ਇਲਾਕਾ, ਜਿਹੜਾ ਆਪਾਂ ਜਾਣਦੇ ਹਾਂ ਚੰਗੀ ਤਰ੍ਹਾਂ, ਫਰੀਦਕੋਟ ਦਾ ਇਲਾਕਾ ਆ। ਸਾਦਕ ਦੇ ਇੱਕ ਪਿੰਡ ਹੈਗਾ, ਢਿਲਵਾਂ ਪਿੰਡ ਦਾ ਨਾਂ ਆ। ਉਸ ਪਿੰਡ ਦੇ ਵਿੱਚ ਇੱਕ ਔਰਤ ਤੇ ਉਹਦਾ ਪਰਿਵਾਰ ਨਸ਼ਾ ਵੇਚਦੇ ਸੀ, ਔਰ ਉਹਦੇ ਵਿੱਚ ਜੋ ਮਾਮਲਾ ਵਾਪਰਿਆ, ਉੱਥੇ ਉਹ ਜਿਹੜੇ ਇਨਫਲੂਐਂਸ ਜਿਹੜਾ ਹੈਗਾ ਸੀ, ਜਿਹੜਾ ਅੰਦੋਲਨ ਚੱਲ ਰਿਹਾ ਮਾਲਵੇ ਦੇ ਵਿੱਚ, ਉਹਦੇ ਕੁਛ ਨੌਜਵਾਨ ਉੱਥੇ ਜਾਂਦੇ ਆ, ਪਿੰਡ ਦੀ ਪੰਚਾਇਤ ਜਾਂਦੀ ਹੈ ਉਸ ਬੀਬੀ ਕੋਲੇ, ਬੀਬੀ ਨੂੰ ਕਹਿੰਦੀ ਕਿ ਤੁਸੀਂ ਇਹ ਨਸ਼ਾ ਵੇਚਣਾ ਬੰਦ ਕਰੋ, ਇਹ ਠੀਕ ਨਹੀਂ ਤੁਸੀਂ ਕਰ ਰਹੇ, ਇਹਦੇ ਨਾਲ ਨੁਕਸਾਨ ਹੋ ਰਿਹਾ ਹੈ। ਤਾਂ ਇਹ ਦੱਸਿਆ ਗਿਆ ਵੀ ਉਹਦਾ ਮੁੰਡਾ ਆਉਂਦਾ ਹੈ, ਉਹਦਾ ਮੁੰਡਾ ਆਉਂਦਾ, ਕਹਿੰਦਾ ਕੌਣ ਰੋਕਣ ਵਾਲਾ ਹੈਗਾ, ਪਿਸਤੌਲ ਲੈ ਕੇ ਆਉਂਦਾ, ਉਹ ਪੰਚਾਇਤ ਤੇ ਗੋਲੀ ਚਲਾ ਦਿੰਦਾ ਹੈ। ਉਹਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਜਾਂਦੀ ਹੈ ਜਿਹੜਾ ਕਿ ਉਸ ਪੰਚਾਇਤ ਦੇ ਵਿੱਚ ਸ਼ਾਮਲ ਸੀ। ਤੋ ਹਾਲਾਤ ਇਹ ਆ ਕਿ ਇਹ ਦੋਸ਼ ਲੱਗ ਰਹੇ ਆ ਵੀ ਉਹ ਔਰਤ ਜਿਹੜੀ ਹੈਗੀ ਹੈ ਉਹ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ। ਇਸ ਤਰ੍ਹਾਂ ਦੇ ਸ਼ਰੇਆਮ ਦੋਸ਼ ਲੱਗ ਰਹੇ ਆ, ਖਬਰਾਂ ਲੱਗ ਰਹੀਆਂ। ਤੋ ਮੈਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਨਹੀਂ ਹੋ ਸਕਦਾ, ਕਿਉਂਕਿ ਆਮ ਆਦਮੀ ਪਾਰਟੀ ਨਾਲ ਕੋਈ ਵੀ ਜੁੜਿਆ ਹੋਵੇ, ਕੀ ਪਤਾ ਲੱਗਦਾ ਬੰਦਾ ਕੀ ਕਰ ਰਿਹਾ, ਬੰਦਾ ਕੀ ਕਹਿ ਸਕਦਾ ਆ। ਤੋ ਇਹ ਜਿਹੜੇ ਹਾਲਾਤ ਬਣੇ ਹੋਏ ਆ ਪਿੰਡਾਂ ਦੇ ਵਿੱਚ, ਇਹ ਵੀ ਤੁਸੀਂ ਕਿਹਾ ਸੀ ਅਸੀਂ ਇਹਨੂੰ ਚੁਟਕੀਆਂ ਠੀਕ ਕਰ ਦਿਆਂਗੇ, ਲੇਕਿਨ ਹਾਲੇ ਤੱਕ ਇਹ ਹਾਲ ਜਿਹੜੇ ਸੁਧਰਨ ਦੀ ਬਜਾਏ ਵਿਗੜ ਰਹੇ ਆ। ਦੇਖੋ, ਨਸ਼ਾ ਜਿਹੜਾ ਪੰਜਾਬ ਦੀ ਸਮੱਸਿਆ ਹੈ ਨਾ, ਉਹਦਾ ਕਾਰਨ ਇਹ ਹੈ ਵੀ ਇਹ ਇੱਕ ਐਸੀ ਡੀਪ ਰੂਟਡ ਮਤਲਬ ਇੱਕ ਸਾਜ਼ਿਸ਼ ਹੈ ਜਿਹਦੇ 'ਚ ਇੱਕ ਪੂਰਾ ਤੰਤਰ ਸ਼ਾਮਿਲ ਰਿਹਾ ਹੈ, ਚਾਹੇ ਉਹ ਪੋਲੀਟੀਕਲ ਹੋਵੇ, ਪੁਲਿਸ ਦਾ ਹੋਵੇ, ਡਰੱਗ ਲਾਰਡਸ ਹੋਣ, ਔਰ ਰਾਜਜੀਤ ਵਰਗੇ ਅਫਸਰ ਨੂੰ ਬਰਖਾਸਤ ਕਰਨਾ, ਜਿਹਨੂੰ ਪਿਛਲੀਆਂ ਸਰਕਾਰਾਂ ਦੇ ਟਾਈਮ ਪ੍ਰਾਈਮ ਪੋਸਟਾਂ ਮਿਲਦੀਆਂ ਰਹੀਆਂ। ਉਹ ਰਾਜਜੀਤ ਜਿਹੜਾ ਵੱਡੇ ਪੋਸਟਾਂ ਤੇ ਲੱਗਦਾ ਰਿਹਾ, ਜਿੱਤੇ ਸਭ ਤੋਂ ਵੱਧ ਨਸ਼ਿਆਂ ਨੂੰ ਵੇਚਣ ਦੇ ਦੋਸ਼ ਹੈ, ਨਾਲ ਨਸ਼ੇ ਵੇਚਣ ਵਾਲਿਆਂ ਨੂੰ ਪੈਟਰੋਨੇਸ ਕਰਨ ਦੇ। ਸੋ ਮਾਨ ਸਾਹਿਬ ਦੀ ਸਰਕਾਰ ਨੇ ਕਾਰਵਾਈ ਕੀਤੀ ਹੈ। ਮਦਨ ਜੀ, ਪਹਿਲਾਂ ਗਵਰਨਮੈਂਟ ਸਪਾਂਸਰ ਨਸ਼ਾ ਜਿਹੜਾ ਆ ਉਹ ਸਪਾਂਸਰਡ ਕੀਤਾ ਜਾਂਦਾ ਸੀ, ਸਰਕਾਰ ਦੁਆਰਾ ਪਹੁੰਚਾਇਆ ਜਾਂਦਾ ਸੀ। ਮਾਨ ਸਾਹਿਬ ਦੀ ਸਰਕਾਰ ਤੇ ਕਿਸੇ ਐਮਐਲਏ ਤੇ ਕਿਸੇ ਮੰਤਰੀ ਤੇ ਤੁਸੀਂ ਦੋਸ਼ ਨਹੀਂ ਲਾ ਸਕਦੇ ਵੀ ਉਹ ਨਸ਼ਾ ਵੇਚਦਾ। ਹਾਂ, ਇਹ 'ਚ ਕੋਈ ਦੋ ਰਾਏ ਨਹੀਂ ਹੈ, ਨਸ਼ੇ ਦੀ ਸਮੱਸਿਆ ਹਜੇ ਹੈਗੀ ਆ, ਔਰ ਉਹਦੇ ਤੇ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ। ਲੇਕਿਨ ਇਹਦੇ ਤੇ ਗੁਜਰਾਤ 'ਚੋਂ 3-3 ਹਜ਼ਾਰ ਕਰੋੜ ਦੀ ਫੜੀ ਜਾਣਾ ਨਸ਼ੇ ਦੀਆਂ ਖੇਪਾਂ, ਬਾਰਡਰ ਏਰੀਏ ਤੇ BSF ਦਾ ਦਾਇਰਾ ਵਧਣ ਦੇ ਬਾਵਜੂਦ ਜਿਸ ਤਰੀਕੇ ਨਾਲ ਡਰੋਨ ਦੇ ਰਾਹੀਂ ਨਸ਼ਾ ਆ ਰਿਹਾ, ਸ਼ਰੇਆਮ ਫੜਿਆ ਵੀ ਜਾ ਰਿਹਾ, ਉਹ तमाम ਇਹਦੇ ਤੇ ਕੋਈ ਇੱਕ ਲੋਕ ਨਹੀਂ ਕਿ ਕਈ ਤਰ੍ਹਾਂ ਸਾਜ਼ਿਸ਼ਾਂ ਕਰ ਰਹੀਆਂ। ਇਹ ਤੇ ਡੈਫੀਨੇਟਲੀ ਪੰਜਾਬ ਦੀ ਆਵਾਮ ਨੂੰ ਵੀ ਇਕੱਠੇ ਹੋਣਾ ਪੈਣਾ, ਲਾਮਬੰਦ ਹੋਣਾ ਪੈਣਾ। ਪੰਜਾਬ ਦਾ ਮੁੱਖ ਮੰਤਰੀ ਇਮਾਨਦਾਰੀ ਨਾਲ ਕੋਸ਼ਿਸ਼ ਕਰ ਰਿਹਾ, ਔਰ ਮੈਨੂੰ ਲੱਗਦਾ ਹੈ ਵੀ ਜਦੋਂ ਬਲੈਕ ਸ਼ੀਪ ਰਾਜਜੀਤ ਵਰਗਿਆਂ ਤੇ ਐਕਸ਼ਨ ਲਿਹਾਜ਼ ਨਹੀਂ ਕੀਤਾ ਤੇ ਕਿਸੇ ਪੋਲੀਟੀਕਲ ਬੰਦੇ ਦਾ ਲਿਹਾਜ਼ ਨਹੀਂ ਕੀਤਾ, ਤੇ ਲਿਹਾਜ਼ ਮਾਨ ਸਾਹਿਬ ਨੇ ਆਉਣ ਵਾਲੇ ਟਾਈਮ 'ਚ ਜਿਹੜੇ ਫੜੇ ਜਾਣਗੇ ਨਹੀਂ ਹੋਣਾ, ਤਾਂ ਉਹਦੇ ਤੇ ਵੀ ਨੋ ਡਾਊਟ ਕੰਟਰੋਲ ਹੋਊਗਾ। ਨਾਲ ਬੱਚਿਆਂ ਨੂੰ, ਨੌਜਵਾਨਾਂ ਨੂੰ
ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਿਸ ਤਰ੍ਹਾਂ ਕਰਨਾ ਗਰਾਊਂਡਾਂ ਤੇ ਜਾ ਕੇ ਸਪੋਰਟ ਦੇ ਰਾਹੀਂ, ਉਹਦੇ ਲਈ ਮਾਨ ਸਾਹਿਬ ਦੀ ਸਰਕਾਰ ਨੇ ਬੜਾ ਸ਼ਾਨਦਾਰ, ਚਾਹੇ ਖੇਡਾਂ ਵਤਨ ਦੀ ਪੰਜਾਬ ਦੀਆਂ, ਚਾਹੇ ਆ ਹੁਣ ਨਵੀਂ ਸਪੋਰਟਸ ਪਾਲਿਸੀ ਜਿਹਦੇ ਰਾਹੀਂ 10,000 ਤੋਂ ਲੈ ਕੇ 20,000 ਤੱਕ ਦੇ ਹਰ ਮਹੀਨੇ ਕੈਸ਼ ਪ੍ਰਾਈਜ਼ ਨੈਸ਼ਨਲ ਮੈਡਲਿਸਟ ਨੂੰ, ਸਿਲਵਰ ਮੈਡਲਿਸਟ ਨੂੰ, ਗੋਲਡ ਮੈਡਲਿਸਟ ਨੂੰ, ਕਾਮਨਵੈਲਥ ਵਾਲੇ ਨੂੰ ਨੌਕਰੀ, ਏਸ਼ੀਅਨ ਮੈਡਲਿਸਟ ਵਾਲੇ ਨੂੰ ਨੌਕਰੀ। ਤੋਂ तमाम ਸਾਰੀਆਂ ਕੋਸ਼ਿਸ਼ਾਂ, ਔਰ ਇਹ ਨਾ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਹੀ ਇਸ ਸਮੱਸਿਆ ਤੇ ਨਿਜਾਤ ਪਾਈ ਜਾਊਗੀ। ਮੈਨੂੰ ਲੱਗਦਾ ਹੈ ਵੀ ਸਾਡੀ ਇੰਨੀ ਕੁ ਕੋਸ਼ਿਸ਼ ਤੇ ਹੈਗੀ ਹੈ ਵੀ ਸਰਕਾਰੀ ਸਪਾਂਸਰ ਨਸ਼ਾ ਨਹੀਂ ਵਿਕ ਰਿਹਾ। ਹਾਂ, ਇਹ 'ਚ ਕੋਈ ਦੋ ਰਾਹ ਨਹੀਂ, ਨਸ਼ੇ ਦੀ ਸਮੱਸਿਆ ਹੈਗੀ ਆ, ਔਰ ਆਉਣ ਵਾਲੇ ਟਾਈਮ 'ਚ ਜ਼ਰੂਰ ਮਾਨ ਸਾਹਿਬ ਦੀ ਅਗਵਾਈ ਇਹਨੂੰ ਖਤਮ ਕਰੂਗੀ। ਜੀ, ਮੈਂ ਵੀ ਉਮੀਦ ਕਰਦਾ, ਪਰ ਅਸੀਂ ਮਤਲਬ ਥੋੜਾ ਸਮਾਂ ਪਿਆ, ਜਾਂਦੇ ਜਾਂਦੇ ਅਸੀਂ ਗੱਲ ਕਰਾਂਗੇ ਨੈਸ਼ਨਲ ਪੋਲਿਟਿਕਸ ਦੇ ਉੱਪਰ। ਜੀ, ਜਿਵੇਂ ਕੌਮੀ ਰਾਜਨੀਤੀ ਦੇ ਵਿੱਚ ਜੋ ਹਾਲਾਤ ਚੱਲ ਰਹੇ ਨੇ ਇਸ ਵੇਲੇ, ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਰਾਘਵ ਚੱਡਾ ਰਾਜ ਸਭਾ ਦੇ ਮੈਂਬਰ, ਨੌਜਵਾਨ ਆਗੂ ਬੜਾ ਅੱਛਾ ਬੋਲਦੇ ਆ, ਔਰ ਉਹਨਾਂ ਨੂੰ ਜਿਹੜਾ ਹੈ ਉਹ ਮੁਅੱਤਲ ਕਰਤਾ ਗਿਆ ਆ। ਉਹਨਾਂ ਦੇ ਇਲਜ਼ਾਮ ਲੱਗੇ ਨੇ ਕਿ ਤੁਸੀਂ ਹਸਤਾਖਰ ਕਰਕੇ ਆਪਣੇ ਵੱਲੋਂ ਕੁਝ ਮੈਂਬਰਾਂ ਦੇ ਸਬਮਿਟ ਕਰਾਇਆ, ਕਾਗਜ਼ ਸਬਮਿਟ ਕਰਾਏ ਨੇ ਰਾਜ ਸਭਾ 'ਚ, ਔਰ ਉਹਦੀ ਜਾਂਚ ਹੋ ਰਹੀ, ਜਾਂਚ ਤੱਕ ਮੁਅੱਤਲ ਰਹਿਣਗੇ। ਇਸ ਤੋਂ ਇਲਾਵਾ ਸੰਜੇ ਸਿੰਘ ਜਿਹੜੇ ਕਿ ਬਹੁਤ ਬੇਬਾਕੀ ਨਾਲ ਆਵਾਜ਼ ਚੱਕ ਰਹੇ ਸੀ, ਉਹਨਾਂ ਨੂੰ ਮੁਅੱਤਲ ਕਰਤਾ ਗਿਆ। ਇਸੇ ਤਰ੍ਹਾਂ ਸੁਸ਼ੀਲ ਰਿੰਕੂ ਨੂੰ ਮੁਅੱਤਲ ਕਰਤਾ ਗਿਆ। ਉਧਰ ਅਧੀਰ ਰੰਜਨ ਚੌਧਰੀ ਨੂੰ ਮੁਅੱਤਲ ਕਰਤਾ ਗਿਆ, ਜਿਹੜੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਵੀ ਨੇ ਲੋਕ ਸਭਾ ਦੇ ਵਿੱਚ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਚੱਲ ਰਹੇ ਨੇ ਰਾਜਨੀਤੀ ਦੇ ਇਸ ਵੇਲੇ ਦੇਸ਼ ਦੇ ਅੰਦਰ, ਉਧਰ ਮਨੀਪੁਰ ਦੇ ਕਰਕੇ ਬਹੁਤ ਸਾਰਾ ਤੁਹਾਨੂੰ ਪਤਾ ਹੈ ਕਿ ਕਿਵੇਂ ਹਾਲਾਤ ਬਣੇ ਆ ਲੋਕ ਸਭਾ ਦੇ। ਤੋ ਇਹ ਸਾਰੇ ਜਿਹੜੇ ਦੇਸ਼ ਦੇ ਹਾਲਾਤ ਨੇ ਰਾਜਨੀਤੀ ਦੇ, ਇਹਦੇ ਵਿੱਚ ਆਮ ਆਦਮੀ ਪਾਰਟੀ ਫਿੱਟ ਕਿੱਥੇ ਬੈਠਦੀ ਹੈ? ਮੈਂ ਇਸ ਕਰਕੇ ਕਹਿ ਰਿਹਾ ਫਿੱਟ ਕਿੱਥੇ ਬੈਠਦੀ ਹੈ ਕਿ ਜਿਹੜਾ ਇੰਡੀਆ ਅਲਾਇੰਸ ਬਣਿਆ, ਜਿਹਦੇ ਨਾਲ ਤੁਸੀਂ ਅੱਜ ਕੱਲ੍ਹ ਸਾਂਝ ਪਾਈ ਹੈ, ਜਿਹਦੇ ਨਾਲ ਤੁਸੀਂ ਅੱਜ ਕੱਲ੍ਹ ਚੱਲ ਰਹੇ ਹੋ, ਇਸ ਤੋਂ ਪਹਿਲਾਂ ਜਿਹੜੀ ਤੁਸੀਂ ਰਾਜਨੀਤੀ ਕਰ ਰਹੇ ਸੀ ਉਹ ਥੋੜ੍ਹੀ ਜਿਹੀ ਹਿੰਦੂ ਪ੍ਰਸਤ ਰਾਜਨੀਤੀ ਹੋ ਰਹੀ ਸੀ। ਮਿਸਾਲ ਦੇ ਤੌਰ ਤੇ ਤੁਸੀਂ ਨੋਟਾਂ ਦੇ ਉੱਤੇ ਮਾਤਾ ਦੀਆਂ ਤਸਵੀਰਾਂ ਲਾਉਣ ਦੀ ਗੱਲ ਕੀਤੀ। ਤੁਸੀਂ ਕਿਹਾ ਕਿ ਜੇ ਤੁਸੀਂ ਰਾਮ ਨੂੰ ਮੰਨਦੇ ਹੋ ਤਾਂ ਅਸੀਂ ਹਨੂਮਾਨ ਦੇ ਨਾਅਰੇ ਲਾਵਾਂਗੇ। ਤੁਸੀਂ ਕਿਹਾ ਕਿ ਜੇ ਮੋਦੀ ਸਾਹਿਬ ਗੰਗਾ ਦੇ ਵਿੱਚ ਇੱਕ ਟੁਬਕੀ ਲਾਉਣਗੇ ਤਾਂ ਕੇਜਰੀਵਾਲ ਸਾਹਿਬ 4 ਲਾਉਣਗੇ। ਤੇ ਜਿਹੜੀ ਉਹ ਰਾਜਨੀਤੀ ਸੀ ਜਿਹਦੇ ਵਿੱਚ ਥੋੜ੍ਹੀ ਜਿਹੀ ਜਿਹੜੀ ਹੈਗੀ ਆ ਉਹ ਅਸੀਂ ਕਹਿ ਲਈਏ ਉਦਾਰਵਾਦੀ ਰਾਜਨੀਤੀ, ਥੋੜ੍ਹੀ ਜਿਹੀ ਹਿੰਦੂ ਭਾਈਚਾਰੇ ਵੱਲ ਦੀ ਰਾਜਨੀਤੀ, ਕੀ ਤੁਸੀਂ ਪੂਰੀ ਤਰ੍ਹਾਂ ਨਾਲ ਉੱਥੋਂ ਨਿਜਾਤ ਪਾ ਕੇ ਪੂਰੀ ਤਰ੍ਹਾਂ ਤੁਸੀਂ ਸੈਕੂਲਰ ਇੱਕ ਢਾਂਚਾ ਅਪਣਾ ਲਿਆ, ਇੱਕ ਸੈਕੂਲਰ ਸੰਵਿਧਾਨ ਤੁਸੀਂ ਅਪਣਾ ਲਿਆ ਹੋਇਆ? ਨਹੀਂ, ਦੇਖੋ, ਔਰ ਆਮ ਆਦਮੀ ਪਾਰਟੀ ਤੇ ਬੜੀ ਸੈਕੂਲਰ ਸੁਭਾਅ ਦੀ ਪਾਰਟੀ ਹੈ, ਔਰ ਸਾਡਾ ਸੈਕੂਲਰ ਏਜੰਡਾ। ਅਰਵਿੰਦ ਕੇਜਰੀਵਾਲ ਜੀ ਦੀ ਰਾਜਨੀਤੀ ਤੇ ਜਾਣੀ ਜਾਂਦੀ ਹੈ ਚੰਗੇ ਸਕੂਲਾਂ ਲਈ, ਚੰਗੇ ਹਸਪਤਾਲਾਂ ਲਈ, ਮੁਹੱਲਾ ਕਲੀਨਿਕਾਂ ਲਈ, ਬਿਜਲੀ ਲਈ, ਔਰ ਲੋਕਾਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦੇਣ ਲਈ। ਔਰ ਇਹ ਏਜੰਡਾ ਪੂਰੇ ਦੇਸ਼ 'ਚ ਸੈੱਟ ਕੀਤਾ। ਜਿੱਥੋਂ ਤੱਕ ਇੰਡੀਆ ਅਲਾਇੰਸ ਦੀ ਗੱਲ ਹੈ, ਦੇਖੋ ਅੱਜ ਦੇਸ਼ ਦੀ ਸਥਿਤੀ ਬੜੀ ਖਤਰਨਾਕ ਬਣ ਗਈ। ਆਹ ਦੇਖੋ, ਚੀਫ ਇਲੈਕਸ਼ਨ ਕਮਿਸ਼ਨਰ ਦੇ ਜਿਹੜਾ ਚੋਣ ਹੋਣੀ ਹੈ ਉਹਦੇ 'ਚੋਂ ਚੀਫ ਜਸਟਿਸ ਨੂੰ ਬਾਹਰ ਕਰਨਾ, ਚੁਣੀ ਹੋਈ ਸਰਕਾਰ ਦੀਆਂ ਤਾਕਤਾਂ ਸੁਪਰੀਮ ਕੋਰਟ ਰੀਸਟੋਰ ਕਰਦੀ ਆ, ਉਹਨੂੰ ਇੱਕ ਕਾਨੂੰਨ ਬਣਾ ਕੇ ਖਤਮ ਕਰ ਦੇਣਾ। ਮਣੀਪੁਰ ਔਰ ਹਰਿਆਣੇ 'ਚ ਭਾਜਪਾ ਰੂਲਡ ਸਟੇਟਾਂ 'ਚ ਜਿਸ ਤਰੀਕੇ ਨਾਲ ਦੰਗੇ ਫਸਾਦ ਕਰਾ ਕੇ ਪੂਰਾ ਪੋਲਰਾਈਜੇਸ਼ਨ ਕਰਨ ਦੀ ਜਿਹੜੀ ਭਾਜਪਾ ਦੀ ਪੋਲਿਟਿਕਸ ਹੈ, ਦੇਸ਼ ਇਸ ਤੋਂ ਨਿਜਾਤ ਚਾਹੁੰਦਾ ਹੈ। ਦੇਸ਼ ਦੇ ਹਰੇਕ ਇੰਸਟੀਟਿਊਸ਼ਨ ਨੂੰ ਇਹਨਾਂ ਨੇ ਪੋਲਿਟਿਸਾਈਜ਼ ਕਰਤਾ, ਕਿਤੇ ਨਾ ਕਿਤੇ ਉਹਨਾਂ ਦੀ ਕ੍ਰੈਡੀਬਿਲਿਟੀ ਖਤਮ ਕਰਤੀ, ਔਰ ਪੂਰਾ ਇੱਕ ਤੰਤਰ ਜਿਹੜਾ ਉਹਨੂੰ ਸੈਂਟਰਲਾਈਜ਼ ਕਰ ਲਿਆ। ਔਰ ਭਾਜਪਾ ਵੀ ਛੱਡੋ, ਸਿਰਫ 2 ਬੰਦਿਆਂ ਨੇ, ਭਾਜਪਾ ਦੇ ਬਾਕੀ ਲੋਕਾਂ ਦਾ ਵੀ ਬੁਰਾ ਹਾਲ ਹੈ। ਲੇਕਿਨ ਹੁਣ ਜਿਸ ਤਰੀਕੇ ਨਾਲ ਰਾਜ ਸਭਾ 'ਚ ਪਾਰਲੀਮੈਂਟ ਦੀਆਂ ਆਵਾਜ਼ਾਂ ਦਬਾਈਆਂ ਜਾ ਰਹੀਆਂ, ਇਸ ਤੋਂ ਮਾੜੇ ਹਾਲਾਤ ਡੈਮੋਕ੍ਰੇਸੀ ਲਈ ਨਹੀਂ ਹੋ ਸਕਦੇ ਕਿ ਇੱਕ ਲੋਕਾਂ ਦਾ ਨੁਮਾਇੰਦਾ ਜਿਹੜਾ ਆ ਲੋਕ ਮੁੱਦਿਆਂ ਤੇ ਗੱਲ ਕਰ ਰਿਹਾ, ਮੈਰਿਟ ਤੇ ਕਰ ਰਿਹਾ, ਲੌਜੀਕਲ ਕਰ ਰਿਹਾ, ਤੇ ਉਹਨੂੰ ਸਸਪੈਂਡ ਕਰ ਦੇਣਾ। ਪਹਿਲਾਂ ਸੰਜੇ ਸਿੰਘ ਜੀ ਨੂੰ ਤੁਸੀਂ ਜ਼ਿਕਰ ਕੀਤਾ, ਫਿਰ ਸੁਸ਼ੀਲ ਰਿੰਕੂ ਸਾਡੇ ਲੋਕ ਸਭਾ ਦੇ ਇਕਲੌਤੇ ਮੈਂਬਰ, ਆ ਜਿਹੜੇ ਬ੍ਰਾਇਨ ਸਾਹਿਬ ਹੈ ਵੈਸਟ ਬੰਗਾਲ ਤੋਂ, ਉਹਨਾਂ ਨੂੰ ਬਾਹਰ ਕਰਤਾ। ਅਧੀਰ ਰੰਜਨ ਚੌਧਰੀ LOP ਹੈ ਕਾਂਗਰਸ ਦੇ MP, ਉਹਨਾਂ ਨੂੰ ਬਾਹਰ, ਔਰ ਰੀਸੈਂਟਲੀ ਰਾਘਵ ਚੱਡਾ ਜੀ। ਇਹਦਾ ਮਤਲਬ ਮੌਜੂਦਾ ਸਰਕਾਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਨੂੰ ਦਬਾ ਰਹੀ ਹੈ, ਯਾਨੀ ਕਿ ਪੂਰੀ ਤਰ੍ਹਾਂ ਡੈਮੋਕ੍ਰੇਸੀ ਦਾ ਘਾਣ ਕਰਨਾ ਚਾਹੁੰਦੀ ਹੈ। ਔਰ ਇੰਡੀਆ ਅਲਾਇੰਸ ਦਾ ਇਕਲੌਤਾ ਮਕਸਦ ਹੈ ਵੀ ਪਹਿਲਾਂ ਕਨਸਟੀਟਿਊਸ਼ਨ ਬਚਾਈਏ, ਦੇਸ਼ ਬਚਾਈਏ। ਜੇ ਸੰਵਿਧਾਨ ਨਹੀਂ ਬਚਿਆ ਤੇ ਪੋਲੀਟੀਕਲ ਪਾਰਟੀਆਂ ਦੀ ਐਗਜ਼ਿਸਟੈਂਸ ਕਿੱਥੇ ਬਚਣੀ ਹੈ? ਔਰ ਇਹਦੇ ਵਾਸਤੇ ਨੋ ਡਾਊਟ ਸਾਡੇ ਬਹੁਤ ਸਾਰੇ ਡਿਫਰੈਂਸਸ ਹੈ ਪਾਰਟੀਆਂ ਅਕ੍ਰੋਸ ਦਾ ਪਾਰਟੀ ਲਾਈਨ, ਲੇਕਿਨ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਬਾਰਡਰ ਸੈਂਸ ਦੇਸ਼ ਬਚਾਉਣ ਲਈ ਇੰਡੀਆ ਪਲੇਟਫਾਰਮ ਬਣਿਆ ਕਿ ਮੋਦੀ ਸਾਹਿਬ ਅਗਰ 24 ਚ ਵੀ ਦੁਬਾਰਾ ਆ ਜਾਂਦੇ ਆ ਤੇ ਹਾਲਾਤ ਇਹ ਬਣ ਜਾਣੇ ਆ, ਜੋ ਸਥਿਤੀ ਬਣਦੀ ਜਾ ਰਹੀ ਹੈ ਵੀ ਉਸ ਤੋਂ ਬਾਅਦ ਇਲੈਕਸ਼ਨ ਜਿਹੜੇ ਚੋਣਾਂ ਹੋਣੀਆਂ ਬੰਦ ਹੋ ਜਾਣੀਆਂ ਇਸ ਮੁਲਕ 'ਚ। ਸਾਡੇ ਜਿਹੜੇ ਲੈਜਿਸਲੇਸ਼ਨ
ਬਿਊਰੋਕ੍ਰੇਸੀ ਔਰ ਜੁਡੀਸ਼ਰੀ ਪੂਰੀ ਤਰ੍ਹਾਂ ਇਹਨਾਂ ਨੂੰ ਖਤਮ ਕਰ ਦਿੱਤਾ ਜਾਊਗਾ। ਲੈਜਿਸਲੇਸ਼ਨ 'ਚ ਇਕਲੌਤੀ ਇੱਕ ਹੀ ਗੱਲ ਰਹਿ ਜਾਊਗੀ, ਤਾਨਾਸ਼ਾਹੀ ਵਾਲਾ, ਚਾਹੇ ਉਹ ਰਸ਼ੀਆ ਚਾਹੇ ਚਾਈਨਾ ਦੇ ਪੈਟਰਨ ਤੇ। ਸੋ ਇਸ ਚੀਜ਼ ਤੋਂ ਬਚਾਉਣ ਲਈ ਇੰਡੀਆ ਅਲਾਈਅੰਸ ਹੋਇਆ, ਔਰ ਮੈਨੂੰ ਲੱਗਦਾ ਹੈ ਵੀ ਲੋਕਾਂ ਨੇ ਵੀ ਲਾਮਬੰਦੀ ਨਾਲ 2024 ਚ ਮੋਦੀ ਸਾਹਿਬ ਨੂੰ ਬਾਹਰ ਦਾ ਰਸਤਾ ਦਿਖਾਉਣਾ। ਮੈਂ ਆਪਣੇ ਮਹਿਮਾਨ ਨੂੰ ਖੁੱਲ੍ਹ ਦਿੰਦਾ ਹੁੰਦਾ ਜਾਂਦੇ ਜਾਂਦੇ ਕਿ ਉਹ ਆਪਣੀ ਗੱਲ ਆਪਣੇ ਮੂੰਹ ਆਪ ਕਹਿ ਸਕਦੇ ਨੇ ਬਗੈਰ ਕਿਸੇ ਸਵਾਲ ਤੋਂ, ਜੇ ਤੁਸੀਂ ਕੁਝ ਕਹਿਣਾ ਚਾਹੋ ਤਾਂ। ਨਹੀਂ, ਮੇਰਾ ਤੇ ਇੱਕੋ ਹੀ ਬੇਨਤੀ ਹੈ, ਦੇਖੋ ਆਮ ਆਦਮੀ ਪਾਰਟੀ ਨੂੰ ਪਿਛਲੇ 10 ਸਾਲਾਂ 'ਚ ਨੈਸ਼ਨਲ ਪਾਰਟੀ ਬਣਾਇਆ, ਦਿੱਲੀ ਦੇ, ਪੰਜਾਬ ਦੇ, ਗੁਜਰਾਤ ਦੇ, ਦੇਸ਼ ਦੇ ਲੋਕਾਂ ਨੇ। ਆਮ ਆਦਮੀ ਪਾਰਟੀ ਨੂੰ ਤੁਸੀਂ 150 ਤੋਂ ਵੱਧ MLA ਦਿੱਤੇ ਆ, 11 ਮੈਂਬਰ ਪਾਰਲੀਮੈਂਟ ਦਿੱਤੇ ਆ, ਨੋ ਡਾਊਟ। ਔਰ ਜਿਸ ਤਰੀਕੇ ਨਾਲ ਦਿੱਲੀ ਤੋਂ ਬਾਅਦ ਮਾਨ ਸਾਹਿਬ ਦੀ ਸਰਕਾਰ ਨੇ ਖਾਸ ਕਰ ਮੁੱਖ ਮੰਤਰੀ ਜੀ ਦੀ ਅਗਵਾਈ ਜਿਸ ਸਾਫ਼ ਨੀਅਤ ਨਾਲ ਤੇ ਸਪਸ਼ਟ ਨੀਤੀ ਨਾਲ ਕੰਮ ਕੀਤਾ ਆ, ਅਸੀਂ ਇੱਕ ਬੇਨਤੀ ਕਰਾਂਗੇ, ਥੋੜਾ ਜਿਹਾ ਹੌਸਲਾ ਰੱਖੋ। ਬੜੇ ਵੱਡੇ ਮਗਰਮੱਛਾਂ ਤੋਂ ਨਿਜਾਤ ਦਿਵਾਉਣ ਲਈ ਟਾਈਮ ਤੇ ਲੱਗਦਾ ਹੈ, ਤਾਂ ਲੋਕਾਂ ਦਾ ਭਰੋਸਾ ਬਣਿਆ ਰਹੇ। ਸਾਡਾ ਮੁੱਖ ਮੰਤਰੀ ਇਮਾਨਦਾਰ ਹੈ, ਉਹਦੀ ਨੀਅਤ ਸਾਫ਼ ਹੈ, ਨੀਤੀ ਸਾਫ਼ ਹੈ, ਉਹ ਪੰਜਾਬ ਦਾ ਦਰਦ ਸਮਝਦਾ ਹੈ, ਪੰਜਾਬ 'ਚ ਕੁਝ ਕਰਨਾ ਚਾਹੁੰਦਾ ਹੈ। ਪੰਜਾਬ 'ਚ ਪੋਲੀਟੀਕਲ ਪੈਟਰੋਨੇਜ ਨਾਲ ਗੈਂਗਸਟਰ ਨਹੀਂ ਹੁਣ ਪੈਦਾ ਹੋਣਗੇ, ਨਸ਼ੇ ਦੇ ਕਾਰੋਬਾਰੀ ਨਹੀਂ ਪੈਦਾ ਹੋਣਗੇ, ਤੇ ਪੂਰਾ ਮਾਫੀਆ ਜਿਹੜਾ ਉਹ ਖਤਮ ਕਰਨ ਵਾਲੇ ਪਾਸੇ ਲੱਗੇ ਹੋਏ ਆ। ਤੇ ਔਰ ਪੰਜਾਬ ਬਿਹਤਰ ਸੂਬਾ ਬਣੇ, ਪੰਜਾਬੀ ਜਿਹੜੇ ਦੁਨੀਆ ਭਰ 'ਚ ਤਰੱਕੀ ਕਰਦੇ ਆ, ਉਹ ਉਹਨਾਂ ਦਾ ਆਪਣਾ ਸੂਬਾ ਜਿਹੜਾ ਬਦਹਾਲੀ ਸੀ ਉਹ ਬਿਹਤਰ ਹੋਵੇ, ਨੰਬਰ 1 ਤੇ ਖੇਡਾਂ 'ਚ ਅਸੀਂ ਆਈਏ। ਉਹਦੇ ਲਈ ਸਾਡੀ ਇੱਕੋ ਹੀ ਬੇਨਤੀ ਹੈ, ਥੋੜਾ ਜਿਹਾ ਸਾਨੂੰ ਪੇਸ਼ੈਂਸ ਲਈ ਟਾਈਮ ਦੇਣਾ ਪੈਣਾ। ਔਰ ਅਗਲੇ 2027 ਜਦੋਂ ਮਾਨ ਸਾਹਿਬ ਤੁਹਾਡੇ ਕੋਲ ਆਉਣਗੇ ਤਾਂ ਪੂਰਾ ਇੱਕ ਰੂਪ ਰੇਖਾ ਪੰਜਾਬ ਦੀ ਬਦਲੀ ਹੋਈ ਤੁਹਾਨੂੰ ਨਜ਼ਰ ਆਊਗੀ। ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਤੋ ਇਹ ਸਨ ਮਾਲਵਿੰਦਰ ਸਿੰਘ ਕੰਗ। ਮਾਲਵਿੰਦਰ ਸਿੰਘ ਕੰਗ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਆਮ ਆਦਮੀ ਪਾਰਟੀ ਦੇ ਆਫੀਸ਼ੀਅਲ ਚੀਫ ਸਪੋਕਸਪਰਸਨ ਨੇ, ਔਰ ਇਹਨਾਂ ਦੀ ਗੱਲ ਜਿਹੜੀ ਕਹੀ ਹੁੰਦੀ ਹੈ ਉਹ ਪਾਰਟੀ ਨੀਤੀਆਂ ਦੀ ਗੱਲ ਹੁੰਦੀ, ਸਰਕਾਰ ਦੀ ਗੱਲ ਹੁੰਦੀ ਹੈ, ਔਰ ਇਹ ਬਹੁਤ ਉਹ ਗੱਲ ਕਰਦੇ ਆ ਜਿਹੜੀ ਗੱਲ ਬਕਾਇਦਾ ਤੌਰ ਤੇ ਸਰਕਾਰ ਦੇ ਅਮਲ ਵਿੱਚ ਹੁੰਦੀ ਹੈ। ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ, ਆਪਣੀ ਰਾਏ ਜ਼ਰੂਰ ਦੇਣਾ। ਤੁਸੀਂ ਸਾਡੇ ਨਾਲ ਬਣੇ ਰਹੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੰਗ ਸਾਹਿਬ ਤੁਹਾਡੇ ਵੀ ਬਹੁਤ ਬਹੁਤ ਮਿਹਰਬਾਨੀ ਜੀ। ਸ਼ੁਕਰੀਆ ਜੀ।